ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਉਚਾਰਨ, ਵਿਸ਼ਰਾਮ, ਪ੍ਰਮਾਣਾ ਸਹਿਤ ਸਰਵਣ ਕਰ ਰਹੇ ਹਾਂ। We are listening to Sri Japji Sahib Path with meaning, pronunciation, punctuation and with examples। ਹੁਣ ਤੱਕ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 25 ਪੌੜੀਆਂ ਦੇ ਅਰਥ, ਉਚਾਰਨ ਤੇ ਵਿਸ਼ਰਾਮ ਸਰਵਣ ਕੀਤੇ ਆ। ਇਸ ਦੇ ਜੋ ਅਰਥ ਅਸੀਂ ਕਰਦੇ ਹਾਂ, ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਦੇ ਮੁਤਾਬਕ, ਫਰੀਦਕੋਟ ਵਾਲੇ ਟੀਕੇ ਦੇ ਮੁਤਾਬਕ, ਸੰਤ ਕਿਰਪਾਲ ਸਿੰਘ ਦੀ ਜੋ ਸੰਪਰਦਾ ਅਮੀਰ ਭੰਡਾਰ ਉਹਦੇ ਮੁਤਾਬਕ, ਭਾਈ ਵੀਰ ਸਿੰਘ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼, ਰਾੜਾ ਸਾਹਿਬ ਸੰਪਰਦਾ ਵੱਲੋਂ ਜੋ ਐਪ ਪਾਈ ਗਈ ਨੈੱਟ 'ਤੇ, ਗੁਰਬਾਣੀ ਐਕਸਪਲੋਰਰ, ਈਸ਼ਰ ਮੈਕਰੋ ਮੀਡੀਆ, ਉਸ ਦੇ ਮੁਤਾਬਕ ਹੋਰ ਬਹੁਤ ਸਾਰੇ ਵਿਦਵਾਨਾਂ, ਮਹਾਂਪੁਰਖਾਂ ਦੇ ਵਿਚਾਰਾਂ ਦੇ ਅਨੁਸਾਰ ਇਸ ਦੇ ਅਰਥ ਕੀਤੇ ਗਏ ਹਨ। ਬਹੁਤ ਸ਼ਾਰਟ ਦੇ ਵਿੱਚ ਵਿਚਾਰ ਸਾਰਿਆਂ ਦੇ ਹਨ, ਬਟ ਬਹੁਤ ਸ਼ਾਰਟ ਦੇ ਵਿੱਚ ਉਹਨਾਂ ਦੇ ਅਰਥ ਕੀਤੇ ਗਏ ਆ। ਗੁਰਬਾਣੀ ਨੂੰ ਸਮਝਣ ਵਾਸਤੇ 3 ਤਰ੍ਹਾਂ ਦੇ ਵਿਸ਼ਰਾਮ ਮੰਨੇ ਗਏ ਆ: ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਅਲਪ ਵਿਸ਼ਰਾਮ means a short pause. ਅਰਧ ਵਿਸ਼ਰਾਮ means a slightly longer pause. Then ਅਲਪ ਵਿਸ਼ਰਾਮ and ਪੂਰਨ ਵਿਸ਼ਰਾਮ meaning a full stop। ਇਸ ਤਰ੍ਹਾਂ ਦੇ ਨਾਲ ਗੁਰਬਾਣੀ ਵਿਸ਼ਰਾਮਾਂ ਦੇ ਨਾਲ ਸਹੀ ਸਮਝੀ ਜਾਂਦੀ ਹੈ, ਉਸ ਦੇ ਅਰਥ ਸਹੀ ਬਣਦੇ ਹਨ। ਤੋ ਆਓ ਆਪਾਂ ਹੁਣ 26ਵੀਂ ਪੌੜੀ ਦੇ ਅਰਥ, ਉਚਾਰਨ ਤੇ ਵਿਸ਼ਰਾਮ ਸਰਵਣ ਕਰੀਏ ਜੀ। ਅਮੁੱਲ ਗੁਣ, ਅਮੁੱਲ ਵਪਾਰ। ਇਹ ਜਿਹੜੀ 26ਵੀਂ ਪੌੜੀ ਹੈ, ਇਸ 26ਵੀਂ ਪੌੜੀ ਦੇ ਵਿੱਚ ਅਮੁੱਲ ਸ਼ਬਦ ਦੀ ਵਰਤੋਂ ਬਹੁਤ ਕੀਤੀ ਗੁਰੂ ਸਾਹਿਬ ਜੀ ਵੱਲੋਂ। ਗੁਰੂ ਸਾਹਿਬ ਜੀ ਨੇ ਇਸ 26ਵੀਂ ਪੌੜੀ ਦੇ ਵਿੱਚ ਅਮੁੱਲ ਸ਼ਬਦ ਦੀ ਵਰਤੋਂ ਬਹੁਤ ਕੀਤੀ ਹੈ। ਸੋ ਅਮੁੱਲ ਦਾ ਅਰਥ ਹੈ ਅਮੋਲਕ, ਅਣਮੁੱਲ, ਵਡਮੁੱਲੇ, ਵਡਭਾਗੇ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਵੀ ਜਿਸ ਦੀ ਕੀਮਤ ਹੀ ਕੋਈ ਨਹੀਂ ਹੈ। ਅਮੁੱਲ, ਮੁੱਲ ਮੀਨਸ ਜਿਸ ਦੀ ਕੋਈ ਕੀਮਤ ਹੀ ਨਹੀਂ ਆ। ਸੋ ਇਹ ਜਿਹੜੀ ਪੰਕਤੀ ਹੈ ਉਹਨੂੰ ਆਪਾਂ ਪੜ੍ਹੀ ਆ: ਅਮੁੱਲ ਗੁਣ, ਅਮੁੱਲ ਵਪਾਰ। ਗੁਣ ਤੇ ਵਿਸ਼ਰਾਮ ਆਊਗਾ। ਅਮੁੱਲ ਗੁਣ ਵਿਸ਼ਰਾਮ, ਅਮੁੱਲ ਵਪਾਰ। ਹੁਣ ਜਿਹੜਾ ਇੱਥੇ ਵਪਾਰ ਹੈਗਾ, ਵਾਵੇ ਕਰਨਾ, ਪੱਪੇ ਕਰਨਾ, ਰਾਰਾ, ਵਪਾਰ, ਐਂ ਬੋਲਣਾ ਆਪਾਂ। ਵਪਾਰ ਨਹੀਂ ਬੋਲਣਾ, ਅਮੁੱਲ ਵਪਾਰ। ਵਪਾਰ ਨਹੀਂ ਕਹਿਣਾ, ਰੋਂਗ ਉਚਾਰਨ ਹੋਊਗਾ ਇਹਦਾ। ਤੋ ਕਰੈਕਟ ਉਚਾਰਨ ਜਿਹੜਾ ਹੈਗਾ, ਕਰੈਕਟ ਪ੍ਰੋਨਾਂਸੀਏਸ਼ਨ ਜਿਹੜੀ ਹੈ ਉਸ ਦੀ ਵਪਾਰ, ਵਾਵੇ ਕਰਨਾ, ਵਪਾਰ, ਐਂ ਬੋਲਣਾ। ਅਮੁੱਲ ਗੁਣ, ਅਮੁੱਲ ਵਪਾਰ। ਇਸ ਦਾ ਅਰਥ ਹੈ ਕਿ ਬਹੁਤ ਹੀ ਅਮੋਲਕ ਹੈ ਵਾਹਿਗੁਰੂ ਦੇ ਗੁਣ। ਅਮਲ ਮੀਨਸ ਜੋ ਬਹੁਤ ਕੀਮਤੀ ਤੇ
ਕੀਮਤ ਤੋਂ ਵੀ ਕੀਮਤੀ ਹੋਵੇ, ਜਿਸ ਦੀ ਕੋਈ ਕੀਮਤ ਹੀ ਨਾ ਹੋਵੇ, ਜਿਸ ਦੀ ਕੀਮਤ ਨਾ ਦਿੱਤੀ ਜਾ ਸਕੇ। ਵਾਹਿਗੁਰੂ ਦੇ ਗੁਣ ਐਨੇ ਅਮੋਲਕ ਹਨ, ਉਸ ਦੇ ਗੁਣ ਅਤੇ ਉਸ ਦਾ ਗਿਆਨ ਬਹੁਤ ਹੀ ਅਮੋਲਕ ਹੈ। ਉਸ ਦਾ ਨਾਮ ਦਾ ਵਪਾਰ ਜੋ ਸਿੱਖਾਂ ਸੇਵਕਾਂ ਦੇ ਅੰਦਰ ਦੇ ਹੰਕਾਰ ਅਤੇ ਮੋਹ ਵਰਗੇ ਖਿਆਲਾਂ ਨੂੰ ਖਤਮ ਕਰਦਾ ਹੈ। ਵਪਾਰ ਮੀਨਸ ਕਿ ਪਰਮਾਤਮਾ ਦਾ ਨਾਮ ਜੋ ਜਪਣਾ, ਤਾਂ ਉਹਦੇ ਵਿੱਚ ਪਰਮੇਸ਼ਰ ਬਦਲੇ ਵਿੱਚ ਆਪਣੇ ਸਿੱਖਾਂ ਸੇਵਕਾਂ ਦੇ ਹੰਕਾਰ ਨੂੰ, ਮੋਹ ਨੂੰ, ਇਹੋ ਜਿਹੇ ਖਿਆਲਾਂ ਨੂੰ ਖਤਮ ਕਰ ਦਿੰਦਾ। ਸੋ ਉਹਨਾਂ ਦਾ ਚੰਗਾ ਵਪਾਰ ਪਰਮੇਸ਼ਰ ਦੇ ਨਾਲ ਹੈ, ਜੋ ਚੰਗੇ ਗੁਣਾਂ ਦਾ, ਨਾਮ ਸਿਮਰਨ ਦਾ, ਚੰਗੀਆਂ ਆਦਤਾਂ ਦਾ। ਇਸ ਤਰ੍ਹਾਂ ਅਮੁੱਲ ਵਪਾਰੀਏ ਅਮੁੱਲ ਭੰਡਾਰ, ਵਪਾਰੀਏ ਤੇ ਵਿਸ਼ਰਾਮ ਆਊਗਾ ਇੱਥੇ, ਵਪਾਰੀਏ ਵਿਸ਼ਰਾਮ, ਅਮੁੱਲ ਵਪਾਰੀਏ ਵਿਸ਼ਰਾਮ, ਅਮੁੱਲ ਭੰਡਾਰ। ਸੋ ਇਸ ਦਾ ਉਚਾਰਨ ਜਿਹੜਾ ਵਪਾਰੀਏ ਦਾ ਕਰਨਾ ਹੈ, ਵਪਾਰੀਏ ਨਹੀਂ ਕਹਿਣਾ, ਅਮੁੱਲ ਵਪਾਰੀਏ ਐਦਾਂ ਨਹੀਂ ਕਹਿਣਾ, ਵਾਵੇ ਨੂੰ ਕੰਨਾ ਲਾਉਣਾ, ਵਪਾਰੀਏ ਵਪਾਰੀਏ। ਇਸ ਤਰ੍ਹਾਂ ਅਮੁੱਲ ਵਪਾਰੀਏ ਅਮੁੱਲ ਭੰਡਾਰ, ਇਸ ਤਰ੍ਹਾਂ ਬੋਲਣਾ। ਸੋ ਇਸ ਦਾ ਅਰਥ ਹੈ ਵਡਭਾਗੇ ਹਨ ਵਾਹਿਗੁਰੂ ਦੇ ਨਾਮ ਦੇ ਵਪਾਰੀ। ਜਿਵੇਂ ਸੰਤ ਮਹਾਂਪੁਰਖ ਅਸੀਂ ਦੀਵਾਨਾਂ ਦੇ ਵਿੱਚ ਵੀ ਸੁਣਦੇ ਹਾਂ, ਇੱਕ ਸਿੱਧੀ ਧਾਰਨਾ ਦਾ ਸ਼ਬਦ ਲਾਇਆ ਜਾਂਦਾ, ਤੇਰੇ ਨਾਮ ਦਾ ਵਪਾਰੀ ਬਾਬਾ ਨਾਨਕਾ, ਦੁਨੀਆ ਤੇ ਕੋਈ ਕੋਈ ਹੈ। ਧਨ ਦੌਲਤ ਦੇ ਵਪਾਰੀ, ਨੂਣ ਮਿਰਚਾਂ ਦੇ ਵਪਾਰੀ ਤਾਂ ਬਹੁਤ ਹੈਗੇ ਦੁਨੀਆ ਤੇ, ਪਰ ਇਸ ਲਾਈਨ ਤੋਂ ਕਹਿਣ ਦਾ ਅਰਥ ਇਹੀ ਹੁੰਦਾ ਕਿ ਤੇਰੇ ਨਾਮ ਦਾ ਵਪਾਰੀ ਬਾਬਾ ਨਾਨਕਾ, ਦੁਨੀਆ ਤੇ ਕੋਈ ਕੋਈ ਹੈ। ਇਹ ਹੈ ਤਾਂ ਗੁਰਬਾਣੀ ਤੋਂ ਬਾਹਰ ਦੀ ਲਾਈਨ, ਪਰ ਇੱਕ ਕਵੀ ਦੀ ਲਾਈਨ ਹੈ ਇਹ, ਜੋ ਸਾਨੂੰ ਸਮਝਾਉਣ ਵਾਸਤੇ ਠੀਕ ਲੱਗਦੀ ਹੈ ਕਿ ਦੁਨੀਆ ਤੇ ਨੂਣ ਮਿਰਚਾਂ ਦੇ ਤੇ ਧਨ ਦੌਲਤ ਦੇ ਵਪਾਰੀ ਤਾਂ ਬਹੁਤ ਆ, ਪਰ ਨਾਮ ਦਾ ਵਪਾਰ ਕਰਨ ਵਾਲਾ ਕੋਈ ਵਿਰਲਾ ਹੀ ਹੈ। ਤਾਂ ਗੁਰੂ ਸਾਹਿਬ ਜੀ ਤਾਂ ਇਹਦੇ ਵਿੱਚ ਪੰਕਤੀ ਵਿੱਚ ਵੀ ਇੱਦਾਂ ਹੀ ਕਹਿੰਦੇ ਕਿ ਵਡਭਾਗੇ ਹਨ ਵਾਹਿਗੁਰੂ ਦੇ ਨਾਮ ਦੇ ਵਪਾਰੀ, ਜਿਨ੍ਹਾਂ ਨੇ ਨਾਮ ਜਪਣ ਵਾਸਤੇ ਸੰਸਾਰ ਅਤੇ ਸਵਰਗ ਦੀਆਂ ਇੱਛਾਵਾਂ ਦਾ ਤਿਆਗ ਕੀਤਾ। ਅਮੋਲਕ ਹਨ ਉਹ ਜਿਨ੍ਹਾਂ ਦੇ ਹਿਰਦੇ ਅਤੇ ਧਿਆਨ ਵਿੱਚ ਗੁਣਾਂ ਅਤੇ ਬਖਸ਼ਿਸ਼ਾਂ ਦੇ ਭੰਡਾਰ ਭਰੇ ਪਏ ਹਨ। ਅਮੁੱਲ ਭੰਡਾਰ, ਅਮੁੱਲ ਵਪਾਰੀਏ ਦਾ ਅਰਥ ਹੋ ਗਿਆ ਕਿ ਵਾਹਿਗੁਰੂ ਦਾ ਨਾਮ ਜਪਣ ਵਾਲੇ ਜੋ ਵਪਾਰੀ ਹਨ, ਅਮੋਲਕ ਹਨ, ਵਡਭਾਗੇ ਹਨ, ਜਿਨ੍ਹਾਂ ਨੇ ਇੱਕ ਸੱਚਾ ਵਪਾਰ, ਖਰਾ ਵਪਾਰ ਕੀਤਾ। ਨਾਮ ਦੇ ਬਦਲੇ ਦੇ ਵਿੱਚ ਉਹਨਾਂ ਨੇ ਧਨ ਦੌਲਤ, ਸਵਰਗ ਜਾਂ ਸੰਸਾਰ ਦੇ ਸੁੱਖ ਨਹੀਂ ਮੰਨੇ, ਇਹਨਾਂ ਦਾ ਤਿਆਗ ਕਰਕੇ ਸਿਰਫ ਪ੍ਰਮਾਤਮਾ ਦੀ ਨਾਮ ਦੀ ਦਾਤ ਹੀ ਮੰਗੀ ਪ੍ਰਮਾਤਮਾ ਕੋਲੋਂ। ਸੋ ਇਹ ਵੱਡੇ ਵਪਾਰੀ ਆ। ਅਮੁੱਲ ਭੰਡਾਰ ਦਾ ਮਤਲਬ ਹੋ ਗਿਆ ਕਿ ਅਮੋਲਕ ਹਨ ਉਹ ਗੁਰਮੁਖ ਜਨ, ਨਾਮ ਜਪਣ ਵਾਲੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਤੇ ਜਿਨ੍ਹਾਂ ਦੇ ਧਿਆਨ ਦੇ ਵਿੱਚ ਹਮੇਸ਼ਾ ਵਾਹਿਗੁਰੂ ਦੇ ਗੁਣ ਅਤੇ ਬਖਸ਼ਿਸ਼ਾਂ ਦੇ ਭੰਡਾਰ ਭਰੇ ਪਏ ਰਹਿੰਦੇ ਹਨ। ਅਮੁੱਲ ਆਵਹਿ ਅਮੁੱਲ ਲੈ ਜਾਹੇ, ਆਵਹਿ ਤੇ ਵਿਸ਼ਰਾਮ ਆਊਗਾ, ਅਮੁੱਲ ਆਵਹਿ ਵਿਸ਼ਰਾਮ, ਅਮੁੱਲ ਲੈ ਜਾਹੇ, ਇਸ ਤਰ੍ਹਾਂ। ਸੋ ਇਹਨੂੰ ਆਵਹਿ ਬੋਲਣਾ, ਆਪਾਂ ਆਵਹਿ ਨਹੀਂ ਬੋਲਣਾ। ਅਮੁੱਲ ਆਵਹਿ, ਅਮੁੱਲ ਲੈ ਜਾਹੈ, ਜਾਹੈ ਨਹੀਂ ਕਹਿੰਦੇ ਆਪਾਂ, ਇੱਥੇ ਤਾਂ ਤਕਰੀਬਨ ਜਾਹੀ ਕਹਿ ਦਿੰਦੇ ਆ, ਪਰ ਜਾਹੀ ਵੀ ਨਹੀਂ ਕਹਿੰਦੇ, ਜਾਏ ਕਹਿੰਦੇ, ਅਮੁੱਲ ਲੈ ਜਾਏ ਐਦਾਂ ਬੋਲਦੇ ਆ ਅਸੀਂ। ਅਮੁੱਲ ਆਵੇ, ਜਾਂ ਤਾਂ ਆਵੇ ਕਵਾਂਗੇ ਜਾਂ ਆਵਹਿ ਕਵਾਂਗੇ। ਆਵੇ ਤੇ ਆਵਹਿ ਦੋਨੋਂ ਉਚਾਰਨ ਹੀ ਰੋਂਗ ਹਨ, ਦੋਨੋਂ ਪ੍ਰੋਨਾਂਸੀਏਸ਼ਨ ਜੋ ਹੈਗੀਆਂ ਉਹ ਦੋਨੋਂ ਹੀ ਰੋਂਗ ਆ। ਆਵੇ ਹੀ ਬੋਲਣਾ ਇਹਨੂੰ, ਅਮੁੱਲ ਆਵੇ, ਅਮੁੱਲ ਲੈ ਜਾਹੇ, ਹਾਹਾ ਬੋਲਣਾ ਦੋਵਾਂ ਤੇ, ਆਵਹਿ ਤੇ ਜਾਹੇ ਦੇ ਉੱਤੇ। ਸੋ ਇਸ ਪੰਕਤੀ ਦਾ ਅਰਥ ਹੈ ਅਣਮੁੱਲ ਤੇ ਵਡਭਾਗੇ ਹਨ ਉਹ ਜੋ ਨਾਮ ਧਨ ਦੇ ਪਦਾਰਥ ਲੈਣ ਲਈ ਗੁਰੂ ਜੀ ਕੋਲ ਆਉਂਦੇ ਹਨ। ਵਡਮੁੱਲੇ ਹਨ ਉਹ ਜੋ ਗੁਰੂ ਜੀ ਕੋਲੋਂ ਤੁਰੰਤ ਦਾਤਾਂ ਲੈ ਜਾਂਦੇ ਹਨ। ਭਾਵ ਉਹ ਭਗਤੀ ਕਰਕੇ ਵਾਹਿਗੁਰੂ ਦੇ ਇੰਨੇ ਪਿਆਰੇ ਹੋ ਜਾਂਦੇ ਹਨ ਕਿ ਉਹ ਜੋ ਮੰਗਦੇ ਹਨ ਗੁਰੂ ਜੀ ਤੁਰੰਤ ਹੀ ਉਹਨਾਂ ਨੂੰ ਦੇ ਦਿੰਦੇ ਹਨ। ਕਿੰਨੀ ਵੱਡੀ ਗੱਲ ਕਹੀ ਹੈ ਗੁਰੂ ਜੀ ਨੇ।
ਇੱਥੇ ਦੋ ਗੱਲਾਂ ਕਹੀਆਂ ਧਿਆਨ 'ਚ ਦੇਣ ਵਾਲੀਆਂ ਕਿ ਅਮੁੱਲ ਆਵੇ ਅਮੁੱਲ ਲੈ ਜਾਏ। ਆਵੇ ਦਾ ਅਰਥ ਹੁੰਦਾ ਆਵੇ ਦਾ ਅਰਥ ਹੈ ਕਿ ਜੋ ਗੁਰੂ ਜੀ ਕੋਲੋਂ ਸਿਰਫ ਨਾਮ ਮੰਗਣ ਵਾਸਤੇ ਹੀ ਆਉਂਦੇ ਆ। ਜਿਹੜੇ ਨਾਮ ਮੰਗਣ ਵਾਸਤੇ ਆਉਂਦੇ ਗੁਰਦੁਆਰੇ ਜਾਂ ਗੁਰੂ ਜੀ ਕੋਲੋਂ, ਉਹ ਅਮੁੱਲ ਹਨ, ਵਡਭਾਗੇ ਹਨ, ਉਹਨਾਂ ਦੀ ਕੋਈ ਕੀਮਤ ਹੀ ਨਹੀਂ, ਇੰਨੇ ਚੰਗੇ ਆ ਉਹ। ਅਮੁੱਲ ਲੈ ਜਾਏ ਇਹਦਾ ਅਰਥ ਹੈ ਕਿ ਉਹ ਵੀ ਵਡਭਾਗੇ ਹਨ, ਵਡਮੁੱਲੇ ਹਨ, ਉਹਨਾਂ ਦੇ ਗੁਣਾਂ ਦਾ ਵੀ, ਉਹਨਾਂ ਬੰਦਿਆਂ ਦੀ ਵੀ ਕੋਈ ਕੀਮਤ ਨਹੀਂ ਜੋ ਗੁਰੂ ਜੀ ਕੋਲੋਂ ਤੁਰੰਤ ਦਾਤਾ ਲੈ ਲੈਂਦੇ ਆ। ਤੁਰੰਤ ਦਾਤਾ ਮੀਨਸ ਕਿ ਜੋ ਗੁਰੂ ਜੀ ਨੂੰ ਜਾ ਕੇ ਕਹਿੰਦੇ ਆ ਜਾਂ ਗੁਰੂ ਜੀ ਨੂੰ ਕਹਿੰਦੇ ਆ, ਉਹ ਵਾਹਿਗੁਰੂ ਉਹਨਾਂ ਨੂੰ ਉਸੇ ਵੇਲੇ ਦੇ ਦਿੰਦਾ। ਇਹ ਕਿਉਂ ਦਿੰਦਾ? ਕਿਉਂਕਿ ਉਹ ਭਗਤੀ ਕਰ ਕਰਕੇ ਵਾਹਿਗੁਰੂ ਦੇ ਬਹੁਤ ਪਿਆਰੇ ਹੋ ਗਏ ਆ, ਤੇ ਜਿਸ ਦੇ ਅਸੀਂ ਪਿਆਰੇ ਹੁੰਦੇ ਹਾਂ ਉਸ ਨੂੰ ਅਸੀਂ ਰਾਈਟ ਵੇ ਦੇ ਦਿੰਦੇ ਹਾਂ। ਜਿਵੇਂ ਬੱਚਾ ਮਾਂ ਨੂੰ ਬਹੁਤ ਪਿਆਰਾ ਹੁੰਦਾ, ਤੇ ਜਦੋਂ ਸਾਡੇ ਕਿਤੇ ਗਲੀ ਦੇ ਵਿੱਚ, ਬਾਜ਼ਾਰ ਦੇ ਵਿੱਚ, ਪਿੰਡਾਂ ਦੇ ਵਿੱਚ, ਗਲੀਆਂ 'ਚ ਕੁਲਫੀ ਵਿੱਚ, ਐਗਜ਼ਾਮਪਲ ਹੀ ਕੁਲਫੀ ਵੇਚਣ ਵਾਲਾ ਆਇਆ, ਬੱਚੇ ਦਾ ਜੀ ਕੀਤਾ ਕੁਲਫੀ ਖਾਣ ਨੂੰ, ਆਈਸਕ੍ਰੀਮ ਖਾਣ ਨੂੰ, ਓਕੇ, ਤਾਂ ਬੱਚਾ ਉਹ ਭਾਈ ਨੂੰ ਕਹੇਗਾ, ਭਾਈ ਰੁਕੀ, ਮੈਂ ਆਪਦੀ ਮਾਂ ਕੋਲੋਂ ਪੈਸੇ ਲੈ ਆਵਾਂ ਤੇ ਫਿਰ ਮੈਂ ਕੁਲਫੀ ਲੈਣਾ, ਆਈਸਕ੍ਰੀਮ ਲੈਣਾ ਤੇਰੇ ਕੋਲੋਂ, ਓਕੇ, ਕਿਉਂਕਿ ਉਹਨੂੰ ਵਿਸ਼ਵਾਸ ਹੈ ਕਿ ਮੇਰੀ ਮਾਂ ਮੇਰੇ ਆਖੇ ਲੱਗਦੀ ਹੈ, ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ, ਤੇ ਮੈਂ ਪੈਸੇ ਮੰਗਾਂਗਾ ਕੁਲਫੀ ਆਈਸਕ੍ਰੀਮ ਵਾਸਤੇ ਤਾਂ ਉਹ ਮੈਨੂੰ ਦੇ ਦੂਗੀ। ਕਰੈਕਟ? ਇਸੇ ਤਰ੍ਹਾਂ ਹੀ ਜੋ ਭਗਤ ਜਨ ਉਸ ਦਾ ਨਾਮ ਜਪ ਜਪ ਕੇ ਵਾਹਿਗੁਰੂ ਦੇ ਪਿਆਰੇ ਹੋ ਜਾਂਦੇ ਹਨ, ਤਾਂ ਵਾਹਿਗੁਰੂ ਉਹਨਾਂ ਨੂੰ ਉਸੇ ਵੇਲੇ ਹੀ ਦੇ ਦਿੰਦਾ ਜੋ ਮੰਗਦੇ ਆ। ਅਮੁੱਲ ਲੈ ਜਾਏ। ਕਿੰਨੇ ਹੀ ਸੰਤ ਭਗਤ ਨਾਮ ਦੀਆਂ ਦਾਤਾਂ ਲੈ ਕੇ ਸੰਸਾਰ ਵਿੱਚ ਆਉਂਦੇ ਹਨ ਤੇ ਜੀਵਾਂ ਨੂੰ ਨਾਮ ਜਪਾਉਂਦੇ ਹਨ। ਅਮੁੱਲ ਆਵੇ ਮਤਲਬ ਕਿੰਨੇ ਹੀ ਸੰਤ ਭਗਤ ਨਾਮ ਦੀਆਂ ਦਾਤਾਂ ਲੈ ਕੇ ਸੰਸਾਰ ਵਿੱਚ ਆਉਂਦੇ ਹਨ ਤੇ ਜੀਵਾਂ ਨੂੰ ਨਾਮ ਜਪਾਉਂਦੇ ਆ। ਅਮੁੱਲ ਲੈ ਜਾਏ। ਕਿੰਨੇ ਹੀ ਜੀਵ ਸੰਸਾਰ ਵਿੱਚ ਨਾਮ ਜਪ ਜਪ ਕੇ ਜਾਂਦੇ ਹਨ ਤੇ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਹਨ। ਉਹ ਵੀ ਵਡਭਾਗੀ ਹੈ ਜੋ ਜਾ ਕੇ ਵਾਹਿਗੁਰੂ ਵਿੱਚ ਲੀਨ ਹੁੰਦੇ ਹਨ। ਉਹ ਵੀ ਵਡਭਾਗੇ ਹਨ ਜੋ ਵਾਹਿਗੁਰੂ ਕੋਲੋਂ ਨਾਮ ਦੀਆਂ ਦਾਤਾਂ ਲਿਆਉਂਦੇ ਆ ਤੇ ਸੰਸਾਰ ਵਿੱਚ ਆ ਕੇ ਵੰਡਦੇ ਹੈ। ਅਮੁੱਲ ਭਾਈ ਅਮੁੱਲਾ ਸਮਾਹੇ। ਭਾਈ ਦੇ ਉੱਤੇ ਪਰ ਵਿਸ਼ਰਾਮ ਕਰਾਂਗੇ ਅਸੀਂ। ਭਾਈ ਦੇ ਉੱਪਰ ਵਿਸ਼ਰਾਮ ਹੈ ਇੱਥੇ। ਅਮੁੱਲ ਭਾਈ ਵਿਸ਼ਰਾਮ। ਅਮੁੱਲਾ ਲੈ ਅਮੁੱਲਾ ਸਮਾਹੇ। ਹੁਣ ਇਹਨੂੰ ਸਮਾਏ ਨਹੀਂ ਬੋਲਣਾ ਅਸੀਂ, ਜਿਵੇਂ ਅਸੀਂ ਬੋਲਤਾ ਵੀ ਅਮੁੱਲ ਭਾਈ ਅਮੁੱਲਾ ਸਮਾਏ, ਇਸ ਤਰ੍ਹਾਂ ਅਸੀਂ ਆਪਣੇ ਹਿਸਾਬ ਦੇ ਨਾਲ ਤਾਂ ਬੋਲ ਸਕਦੇ ਹਾਂ, ਬਟ ਰੋਂਗ ਉਚਾਰਨ ਹੈ। ਸਮਾਹੇ ਬੋਲਣਾ, ਸਮਾਏ ਨਹੀਂ ਬੋਲਣਾ। ਸੱਸਾ ਮੰਮੇ ਕੰਨਾ ਹਾਹੇ ਨੂੰ ਸਿਹਾਰੀ ਸਮਾਹੇ ਸਮਾਹੇ, ਇਸ ਤਰ੍ਹਾਂ ਹਮੇਸ਼ਾ ਹਾਹੇ ਨੂੰ ਸਿਹਾਰੀ ਹੇ ਦੀ ਸੌਂਡ ਦੇਣੀ ਆਪਾਂ। ਓਕੇ, ਕਰੈਕਟ ਕਰਨਾ ਇਸ ਨੂੰ ਆਪਾਂ। ਤਾਂ ਅਮੁੱਲਾ ਅਮੁੱਲ ਭਾਏ ਅਮੁੱਲਾ ਸਮਾਹੇ, ਇਸ ਪੰਕਤੀ ਦਾ ਅਰਥ ਹੈ ਕਿ ਕਿੰਨੇ ਹੀ ਹਨ ਜਿਨ੍ਹਾਂ ਦਾ ਗੁਰੂ ਜੀ ਨਾਲ ਬਹੁਤ ਪ੍ਰੇਮ ਹੈ। ਭਾਈ ਦਾ ਮਤਲਬ ਹੁੰਦਾ ਪ੍ਰੇਮ, ਪਿਆਰ, ਤੇ ਉਹ ਗੁਰੂ ਤੇ ਸਿੱਖ ਵਾਲੇ ਰਿਸ਼ਤੇ ਵਿੱਚ ਜੁੜ ਗਏ ਹਨ ਅਤੇ ਗੁਰੂ ਨੂੰ ਭਾਗੇ ਹਨ। ਭਾਈ ਦਾ ਮਤਲਬ ਇੱਥੇ ਭਾਗੇ ਵੀ ਬਣਦਾ ਹੈ, ਵੀ ਭਾਗੇ ਹਨ, ਚੰਗੇ ਲੱਗਦੇ ਹਨ। ਭਾਈ ਦਾ ਅਰਥ ਪਿਆਰ ਵੀ ਹੈ, ਭਾਈ ਦਾ ਅਰਥ ਭਾ ਜਾਣਾ, ਚੰਗੇ ਲੱਗ ਜਾਣਾ, ਜਿਸ ਕਰਕੇ ਉਹਨਾਂ ਨੇ ਪਰਮ ਆਨੰਦ ਪ੍ਰਾਪਤ ਕੀਤਾ ਹੈ। ਅਮੁੱਲਾ ਸਮਾਹੇ, ਇਸ ਦਾ ਅਰਥ ਹੈ ਕਿ ਕਿੰਨੇ ਹੀ ਉਸ ਆਨੰਦ ਰਾਹੀਂ ਵਾਹਿਗੁਰੂ ਵਿੱਚ ਲੀਨਤਾ ਪਾ ਗਏ ਹਨ। ਅਮੁੱਲਾ ਮਤਲਬ ਕਿੰਨੇ ਹੀ, ਜਿਨ੍ਹਾਂ ਦੀ ਕੀਮਤ ਜਾਂ ਗਿਣਤੀ ਕੋਈ ਨਹੀਂ ਆ। ਉਹ ਇਹੋ ਜਿਹੇ ਕਿੰਨੇ ਹੀ ਹਨ ਜੋ ਵਾਹਿਗੁਰੂ ਨੂੰ ਜਪ ਜਪ ਕੇ ਵਾਹਿਗੁਰੂ ਵਿੱਚ ਆਨੰਦ ਰਾਹੀਂ ਉਸ ਵਿੱਚ ਲੀਨਤਾ ਪ੍ਰਾਪਤ ਕਰ ਗਏ ਹਨ। ਅਮੁੱਲ ਧਰਮ। ਅਮੁੱਲ ਦੀ ਬਾਣ। ਧਰਮ ਦੇ ਉੱਤੇ ਵਿਸ਼ਰਾਮ ਆਊਗਾ, ਇੱਕੋ ਹੀ ਵਿਸ਼ਰਾਮ। ਅਮੁੱਲ ਧਰਮ ਵਿਸ਼ਰਾਮ। ਅਮੁੱਲ ਦੀ ਬਾਣ, ਇਸ ਤਰ੍ਹਾਂ ਦੇ ਨਾਲ ਉਚਾਰਨ ਇਹਦਾ ਤਕਰੀਬਨ ਠੀਕ ਹੈ।
ਸੋ ਇਸ ਪੰਕਤੀ ਦਾ ਅਰਥ ਹੈ, ਅਮੋਲਕ ਹੈ ਤੇਰਾ ਸੱਚੇ ਧਰਮ ਵਾਲਾ ਕਾਨੂੰਨ। ਧਰਮ ਮਤਲਬ ਧਰਮ, ਅਮੁੱਲ ਧਰਮ, ਜਿਹੜਾ ਤੇਰਾ ਕਾਨੂੰਨ ਹੈ। ਹੇ ਵਾਹਿਗੁਰੂ, ਅਮੋਲਕ ਹੈ ਤੇਰਾ ਸੱਚੇ ਧਰਮ ਵਾਲਾ ਕਾਨੂੰਨ। ਅਮੁੱਲ ਦੀਵਾਨ, ਅਣਮੁੱਲਾ ਹੈ ਤੇਰਾ ਦਰਬਾਰ। ਦੀਵਾਨ ਮੀਨਸ ਦਰਬਾਰ। ਤਾਂ ਅਗਲੀ ਪੰਕਤੀ ਵਿੱਚ ਗੁਰੂ ਜੀ ਬਚਨ ਕਰਦੇ ਹਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਤੁਲ ਦੇ ਉੱਪਰ ਵਿਸ਼ਰਾਮ ਆਊਗਾ, ਇੱਕੋ ਹੀ ਵਿਸ਼ਰਾਮ ਹੈ। ਅਮੁੱਲ ਤੁਲ ਵਿਸ਼ਰਾਮ, ਅਮੁੱਲ ਪ੍ਰਵਾਨ, ਇਸ ਤਰ੍ਹਾਂ। ਅੱਛਾ, ਤੁਲ ਦਾ ਅਰਥ ਹੈ ਇੱਥੇ ਤੱਕੜੀ। ਤੁਲ ਮੀਨਸ ਤੱਕੜੀ, ਮੀਨਸ ਸਕੇਲ। ਵੇਟਿੰਗ ਪੈਨਸ, ਵੇਟਿੰਗ ਪੈਨ, ਭਾਰ ਤੋਲਣ ਵਾਲਾ ਪੈਨ, ਤੱਕੜੀ। ਪ੍ਰਵਾਨ ਦਾ ਅਰਥ ਹੈ ਵੱਟੇ, ਵੇਟਸ, ਵੇਟ ਸਟੋਨ, ਜਾਂ ਏਦਾਂ ਕਹ ਲਓ ਵੇਟਸ ਕਹਿ ਲਓ ਜਾਂ ਵੇਟ ਸਟੋਨ ਕਹਿ ਲਓ, ਵੱਟੇ। ਪ੍ਰਵਾਨ ਦਾ ਅਰਥ ਹੋ ਗਿਆ ਵੱਟੇ, ਵੇਟ ਸਟੋਨ। ਐਂਡ ਤੁਲ ਦਾ ਅਰਥ ਹੋ ਗਿਆ ਤੱਕੜੀ, ਜਿਸ ਨੂੰ ਸਕੇਲ ਕਹਿੰਦੇ ਹਾਂ ਆਪਾਂ, ਕੰਡਾ ਕਹਿੰਦੇ ਹਾਂ, ਜਾਂ ਅਸੀਂ ਵੇਟਿੰਗ ਪੈਨਸ ਕਹਿੰਦੇ ਹਾਂ, ਤੱਕੜੀ। ਠੀਕ ਹੈ ਜੀ। ਸੋ ਇਸ ਪੂਰੀ ਪੰਕਤੀ ਦਾ ਅਰਥ ਹੈ ਅਮੁੱਲ ਤੁਲ, ਅਮੁੱਲ ਪ੍ਰਵਾਨ। ਇਸ ਦਾ ਅਰਥ ਹੈ ਵਿਆਕਰਣ ਅਨੁਸਾਰ ਇੱਥੇ ਤੁਲ ਦਾ ਅਰਥ ਤੱਕੜੀ ਹੈ ਅਤੇ ਪ੍ਰਵਾਨ ਦਾ ਅਰਥ ਵੱਟੇ ਬਣਦਾ ਹੈ। ਵੈਸੇ ਗੁਰਬਾਣੀ ਵਿੱਚ ਕਈ ਥਾਵਾਂ ਉੱਤੇ ਪ੍ਰਵਾਨ ਦਾ ਅਰਥ ਕਬੂਲ ਜਾਂ ਮਨਜ਼ੂਰ ਵੀ ਕੀਤਾ ਜਾਂਦਾ ਹੈ। ਕਿਸੇ ਵੀ ਸ਼ਬਦ ਦਾ ਅਰਥ ਕਰਨ ਲੱਗਿਆਂ ਸ਼ਬਦ ਦੇ ਸਿਧਾਂਤ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਜਿਵੇਂ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਓਕੇ, ਇੱਥੇ ਹੁਣ ਨਾਲੇ ਦਾ ਅਰਥ ਹੈ ਵਾਹਿਗੁਰੂ ਦੇ ਨਾਲ। ਇੱਥੇ ਵੀ ਨੰਨੇ ਕੰਨਾ ਲੱਲੇ ਨੂੰ ਲਾਵਾਂ ਨਾਲੇ ਲਿਖਿਆ, ਸਦਾ ਰਹੋ ਹਰ ਨਾਲੇ। ਇੱਥੇ ਨਾਲੇ ਦਾ ਅਰਥ ਹੈ ਵਾਹਿਗੁਰੂ ਦੇ ਨਾਲ। ਹੁਣ ਅੱਗੇ ਹੋਰ ਪੰਕਤੀ ਦੇ ਵਿੱਚ ਲਿਖਿਆ 860 ਤੀਰਥ ਨਾਲੇ। ਇਸ ਨਾਲੇ ਦਾ ਅਰਥ ਹੈ 68 ਤੀਰਥਾਂ ਉੱਪਰ ਨਹਾਉਣਾ। ਹੁਣ ਦੇਖੋ, ਸਦਾ ਰਹੋ ਹਰ ਨਾਲੇ, ਇੱਥੇ ਨਾਲੇ ਜੋ ਲਿਖਿਆ ਨੰਨੇ ਕੱਲਾ ਲੱਲੇ ਲਾਵਾਂ, ਇੱਥੇ ਵੀ ਨੰਨੇ ਕੰਨਾ ਲੱਲੇ ਲਾਵਾਂ। ਤੇ ਜਿਹੜਾ ਸੋਦਰ ਦੀ ਪੌੜੀ ਦੇ ਵਿੱਚ 68 ਤੀਰਥ ਨਾਲੇ ਆ, ਇੱਥੇ ਵੀ ਨੰਨੇ ਨੂੰ ਕੰਨਾ ਲੱਲੇ ਲਾਵਾਂ। ਦੋਵੇਂ ਥਾਵਾਂ ਤੇ ਸੇਮ ਤਰੀਕੇ ਦੇ ਨਾਲ ਲਿਖਿਆ। ਆਨੰਦ ਸਾਹਿਬ ਦੇ ਵਿੱਚ ਵੀ ਨੰਨੇ ਕੰਨਾ ਲੱਲੇ ਲਾਵਾਂ ਨਾਲੇ, ਇੱਥੇ ਵੀ ਸੋਦਰ ਦੀ ਪੌੜੀ ਵਿੱਚ ਵੀ ਨੰਨੇ ਕੰਨਾ ਲੱਲੇ ਲਾਵਾਂ ਨਾਲੇ, ਇੱਦਾਂ ਹੀ ਲਿਖਿਆ। ਬਟ ਹੁਣ ਇਹਨਾਂ ਦੋਵਾਂ ਦੇ ਅਰਥ ਦੇ ਵਿੱਚ ਫਰਕ ਹੈ। ਅੱਖਰ ਸੇਮ ਆ, ਨੰਨੇ ਕੰਨਾ ਲੱਲੇ ਲਾਵਾਂ ਦੋਵੇਂ ਥਾਵਾਂ ਤੇ, ਪਰ ਦੋਵੇਂ ਥਾਵਾਂ ਦਾ ਅਰਥ ਡਿਫਰੈਂਟ ਹੈ। ਆਨੰਦ ਸਾਹਿਬ ਵਾਲੀ ਪੌੜੀ ਵਿੱਚ ਕਹਿੰਦੇ ਹਰ ਨਾਲੇ, ਕਿਉਂਕਿ ਇੱਥੇ ਹਰ ਦੀ ਗੱਲ ਹੋਈ ਹੈ ਤਾਂ ਹਰੀ ਦੇ ਨਾਲ ਰਹਿਣਾ, ਵਾਹਿਗੁਰੂ ਦੇ ਨਾਲ ਰਹਿਣਾ। ਨਾਲੇ, ਇੱਥੇ ਨਾਲੇ ਅਰਥ ਬਣੂਗਾ ਵਿਦ। ਓਕੇ, ਹੁਣ ਜਿਹੜੀ ਸੋਦਰ ਦੀ ਪੌੜੀ ਦੇ ਵਿੱਚ ਲਿਖਿਆ ਤੀਰਥ ਨਾਲੇ, ਜਦੋਂ ਤੀਰਥ ਦੀ ਗੱਲ ਹੋਊਗੀ ਉੱਥੇ ਅਸੀਂ ਇਹਨਾਂ ਅੱਖਰਾਂ ਨੂੰ ਨਹਾਉਣ ਵਾਂਗੂ ਪ੍ਰਨਾਉਨ ਕਰਾਂਗੇ। ਨਾਲੇ ਅੱਖਰ ਸੇਮ ਹੀ ਹੈ ਪਰ ਉਚਾਰਨ 'ਚ ਫਰਕ ਆ, ਉੱਥੇ ਨਾਲੇ ਤੇ ਸੋਦਰ ਵਿੱਚ ਨਾਲੇ। ਇਸ ਨਾਲੇ ਦਾ ਅਰਥ ਹੈ 68 ਤੀਰਥਾਂ ਉੱਪਰ ਨਹਾਉਣਾ। ਬਸ ਇਸ ਤਰ੍ਹਾਂ ਦੇ ਨਾਲ ਵਿਆਕਰਨ ਦਾ, ਗ੍ਰਾਮਰ ਦਾ ਧਿਆਨ ਰੱਖਿਆ ਜਾਂਦਾ ਗੁਰਬਾਣੀ ਦੇ ਅਰਥ ਕਰਨ ਲੱਗਿਆ, ਕਿ ਜੋ ਸ਼ਬਦ ਹੈ, ਜਿਸ ਸ਼ਬਦ ਅਸੀਂ ਅਰਥ ਕਰ ਰਹੇ ਹਾਂ, ਉਸ ਸ਼ਬਦ ਦਾ ਸਿਧਾਂਤ ਕੀ ਹੈ, ਮਤਲਬ ਉਸ ਦੀ ਬੈਕਗਰਾਊਂਡ ਸਟੋਰੀ ਕੀ ਹੈ, ਗੁਰੂ ਜੀ ਨੇ ਇਹ ਸ਼ਬਦ ਕਿੱਥੇ ਅਤੇ ਕਿਉਂ ਉਚਾਰਨ ਕੀਤਾ, ਉਹੀ ਵਿਆਕਰਨ ਹੁੰਦਾ ਹੈ। ਉਸੇ ਨੂੰ ਸਿਧਾਂਤ ਕਹਿੰਦੇ ਆ। ਉਹ ਵਿਆਕਰਨ ਉਸ ਸਿਧਾਂਤ ਦੇ ਮੁਤਾਬਕ ਕਿ ਸ਼ਬਦ ਕਿੱਥੇ ਉਚਾਰਿਆ ਗਿਆ ਹੈ, ਕਿਉਂ ਉਚਾਰਿਆ ਗਿਆ ਹੈ, ਇਸ ਸ਼ਬਦ ਦੇ ਵਿੱਚ ਕਹਾਣੀ, ਸਟੋਰੀ ਜਾਂ ਗੱਲਬਾਤ ਕੀ ਚੱਲ ਰਹੀ ਹੈ, ਉਹਦੇ ਮੁਤਾਬਕ ਉਹਨਾਂ ਅੱਖਰਾਂ ਦਾ ਅਰਥ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ ਸਿਮਰ ਸਿਮਰ ਤਿਸ ਸਦਾ ਸੰਭਾਲੇ। ਇਸ ਸੰਭਾਲੇ ਦਾ ਅਰਥ ਹੈ ਮੈਂ ਆਪਣੇ ਵਾਹਿਗੁਰੂ ਨੂੰ ਸਦਾ ਸਿਮਰਦਾ ਹਾਂ ਅਤੇ ਉਹ ਮੇਰੇ ਹਿਰਦੇ ਵਿੱਚ ਸਮਾਇਆ ਹੋਇਆ।
ਓਕੇ। ਹੁਣ ਅੱਗੇ ਹੈ ਜਿਤ ਬਹਿ ਸਰਬ ਸੰਭਾਲੀ। ਹੁਣ ਸਿਮਰ ਸਿਮਰ ਤੇ ਸਦਾ ਸੰਭਾਲੇ ਦਾ ਅਰਥ ਹੋ ਗਿਆ ਕਿ ਸਿਮਰਨਾ ਤੇ ਆਪਣੇ ਸਿਮਰ ਕੇ ਆਪਣੇ ਮਨ ਦੇ ਵਿੱਚ ਸਮਾਇਆ ਹੋਇਆ ਹੈ। ਸੋਦਰ ਦੇ ਵਿੱਚ ਲਿਖਿਆ ਸੰਭਾਲੇ, ਅੱਖਰ ਦੋ ਸੇਮ ਹੀ ਆ, ਸੱਸਾ ਮੰਮਾ ਲੱਲੇ ਲਾਵਾਂ, ਸੱਸਾ ਮੰਮਾ ਕੰਨਾ ਲੱਲੇ ਲਾਵਾਂ, ਸੱਸਾ ਮੰਮਾ ਕੰਨਾ ਲੱਲੇ ਲਾਵਾਂ, ਸੇਮ ਦੋਵੇਂ ਥਾਵਾਂ ਤੇ। ਪਰ ਇੱਥੇ ਜਿਹੜੀ ਸੋਦਰ ਦੀ ਪੌੜੀ ਵਿੱਚ ਜਿੱਤ ਬੈ ਸਰਬ ਸੰਭਾਲੇ ਦਾ ਅਰਥ ਬਣੂਗਾ, ਇਹਨੂੰ ਸੰਭਾਲੇ ਬੋਲਾਂਗੇ ਆਪਾਂ ਥੋੜਾ ਜਿਹਾ ਭਾਰਾ ਕਰਕੇ। ਸੰਭਾਲੇ ਦਾ ਅਰਥ ਹੈ ਸੰਭਾਲਣਾ, ਤੇ ਉੱਤੇ ਉਸ ਦਾ ਸਿਮਰ ਸਿਮਰ ਤੇ ਸਦਾ ਸੰਭਾਲੇ ਦਾ ਅਰਥ ਹੈ ਕਿ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਆਪਣੇ ਹਿਰਦੇ ਵਿੱਚ ਸਮਾਇਆ ਹੋਇਆ। ਸਿਮਰਦਾ ਹਾਂ ਤੇ ਉਹ ਮੇਰੇ ਹਿਰਦੇ ਵਿੱਚ ਸਮਾਇਆ ਹੋਇਆ। ਇਸ ਤਰ੍ਹਾਂ ਬਸ ਇਸ ਤਰ੍ਹਾਂ ਦੇ ਨਾਲ ਅਸੀਂ ਵਿਆਕਰਨ ਅਨੁਸਾਰ ਅਰਥ ਕਰਨੇ। ਇਸੇ ਤਰ੍ਹਾਂ ਅਮੁੱਲ ਤੁੱਲ ਅਮੁੱਲ ਪ੍ਰਵਾਨ ਦੇ ਤੱਕੜੀ ਅਤੇ ਵੱਟੇ ਅਰਥ ਕੀਤੇ ਜਾਂਦੇ ਹਨ। ਤਾਂ ਗੁਰੂ ਜੀ ਕਹਿੰਦੇ ਹਨ ਕਿ ਅਣਮੁੱਲੀ ਹੈ ਤੇਰੀ ਤੱਕੜੀ ਤੇ ਅਮੁੱਲੇ ਤੇਰੇ ਵੱਟੇ ਹਨ, ਜਿਨ੍ਹਾਂ ਨਾਲ ਜੀਵਾਂ ਦੇ ਪਾਪ ਤੇ ਪੁੰਨ ਤੋਲੇ ਜਾਂਦੇ ਹਨ। ਵਾਹਿਗੁਰੂ ਸਾਡੇ ਪਾਪਾਂ ਪੁੰਨਾਂ ਨੂੰ ਬਰਾਬਰ ਕਰਦਾ, ਬੈਲੈਂਸ ਕਰਦਾ, ਵਿਚਾਰਦਾ, ਦੇਖਦਾ ਪਾਪ ਕਿੰਨੇ ਆ ਪੁੰਨ ਕਿੰਨੇ ਆ, ਕਿਹੜਾ ਬੰਦਾ ਕਿੰਨੇ ਪਾਪ ਕਰਦਾ, ਕਿਹੜੇ ਬੰਦਾ ਕਿੰਨੇ ਪੁੰਨ ਕਰਦਾ। ਬੁੱਧੀ ਅਤੇ ਮਨ। ਹੁਣ ਆਪਾਂ ਅੰਤਰੀ ਭਾਵ ਦੇ ਨਾਲ ਅਰਥ ਕਰਦੇ ਇਹਨਾਂ ਪੰਕਤੀਆਂ ਦਾ। ਅਮੁੱਲ ਤੁੱਲ ਅਮੁੱਲ ਪ੍ਰਵਾਨ ਮਤਲਬ ਬੁੱਧੀ ਅਤੇ ਮਨ ਇਹ ਦੋ ਤੱਕੜੀ ਦੇ ਪਾਲੜੇ ਹਨ। ਪਾਲੜੇ ਮੀਨਸ ਕਿ ਉਸੀ ਪਾਲਣੇ ਦਾ ਅਰਥ ਕੀਤਾ ਸੀ ਪੈਨ, ਵੇਟਿੰਗ ਪੈਨ, ਜਿਵੇਂ ਥਾਲੀ ਜਾਂ ਉਸਨੂੰ ਅਸੀਂ ਪੈਨਸ ਕਹਿੰਦੇ ਹਾਂ, ਫਰਾਈ ਪੈਨ ਜਿਵੇਂ ਕਹਿੰਦੇ ਹਾਂ, ਠੀਕ ਹੈ। ਸੋ ਇਸੇ ਤਰ੍ਹਾਂ ਦੇ ਨਾਲ ਗੁਰੂ ਜੀ ਕਹਿੰਦੇ ਹਨ ਜਿਹੜਾ ਮਨ ਤੇ ਬੁੱਧੀ ਹੈ ਇਹ ਤੱਕੜੀ ਦੇ ਦੋ ਪਾਲੜੇ ਹਨ, ਦੋ ਪੈਨਸ ਹਨ। ਸ਼ਰਧਾ ਵੱਟੇ ਹਨ, ਜਿਵੇਂ ਅੱਧਾ ਕਿਲੋ ਦਾ ਵੱਟਾ, ਕਿਲੋ ਦਾ ਵੱਟਾ, 5 ਕਿਲੋ ਦਾ ਵੱਟਾ, ਉਵੇਂ ਹੀ ਜੀਵ ਦੀ ਵਾਹਿਗੁਰੂ ਉੱਤੇ ਸ਼ਰਧਾ ਹੁੰਦੀ ਹੈ। ਕਿਸੇ ਦੀ ਥੋੜ੍ਹੀ ਹੁੰਦੀ ਹੈ, ਕਿਸੇ ਦੀ ਜ਼ਿਆਦਾ ਹੁੰਦੀ ਹੈ, ਕਿਸੇ ਦੀ ਹੋਰ ਜ਼ਿਆਦਾ ਹੁੰਦੀ ਹੈ। ਜਿਵੇਂ ਥੋੜ੍ਹੀ ਸ਼ਰਧਾ ਹੈ ਤਾਂ ਮੰਨ ਲਓ ਉਹ 250 ਗ੍ਰਾਮ, ਇੱਕ ਪਾਈਆ ਵੱਟੇ ਜਿੰਨਾ ਮੰਨ ਲਓ ਪਾਈਆ ਦਾ ਵੱਟਾ ਹੁੰਦਾ। ਜਿਵੇਂ ਜਿਸ ਦੀ ਹੋਰ ਸ਼ਰਧਾ ਜ਼ਿਆਦਾ ਉਹ ਕਿਲੋ ਦੇ ਵੱਟੇ ਜਿੰਨੀ ਹੋਊਗੀ, ਜਿਸ ਦੀ ਹੋਰ ਉਸ ਤੋਂ ਜ਼ਿਆਦਾ ਸ਼ਰਧਾ 5 ਕਿਲੋ ਦਾ ਵੱਟਾ। ਇਸੇ ਤਰ੍ਹਾਂ ਜਿਹੜੀ ਮਨ ਤੇ ਬੁੱਧੀ ਆ ਉਹ ਤੱਕੜੀ ਆ, ਤੇ ਜਿਹੜੀ ਸ਼ਰਧਾ ਉਹ ਸਾਡੇ ਵੱਟੇ ਆ। ਕਿਸੇ ਕੋਲੇ ਸ਼ਰਧਾ ਜ਼ਿਆਦਾ ਹੈ, ਕਿਸੇ ਕੋਲੇ ਥੋੜ੍ਹੀ ਆ, ਕਿਸੇ ਕੋਲੇ ਉਸ ਤੋਂ ਵੀ ਥੋੜ੍ਹੀ ਆ, ਕਿਸੇ ਕੋਲੇ ਥੋੜ੍ਹੀ ਆ, ਕਿਸੇ ਕੋਲੇ ਜ਼ਿਆਦਾ, ਕਿਸੇ ਕੋਲੇ ਉਸ ਤੋਂ ਵੀ ਜ਼ਿਆਦਾ। ਜੋ ਜੀਵ ਮਨ ਅਤੇ ਬੁੱਧੀ ਨਾਲ ਆਪਣੇ ਸ਼ੁਭ ਕਰਮਾਂ ਨੂੰ ਬਰਾਬਰ ਰੱਖਦਾ ਹੈ ਤਾਂ ਉਸ ਦੀ ਸ਼ਰਧਾ ਪ੍ਰਵਾਨ ਹੋ ਜਾਂਦੀ ਹੈ। ਦੈਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ। ਬਖਸ਼ੀਸ ਦੇ ਉੱਪਰ ਵਿਸ਼ਰਾਮ, ਅਮੁੱਲ ਬਖਸ਼ੀਸ ਵਿਸ਼ਰਾਮ, ਅਮੁੱਲ ਨਿਸ਼ਾਨ। ਨਿਸ਼ਾਨ ਦਾ ਅਰਥ ਹੈ ਨਿਸ਼ਾਨੀ, ਚਿੰਨ੍ਹ, ਮਾਰਕਰ ਜਾਂ ਲੋਗੋ ਜਾਂ ਸਿਗਨੇਚਰ ਕਹਿ ਲਓ, ਦਸਤਖਤ, ਜਾਂ ਸਟੈਂਪ ਕਹਿ ਲਓ, ਮੋਹਰ, ਜਾਂ ਇੱਦਾਂ ਕਹਿ ਲਓ ਪ੍ਰਵਾਨ ਹੋਇਆ। ਜਿਸ ਪੇਪਰ 'ਤੇ ਸਟੈਂਪ ਲੱਗ ਜਾਂਦੀ ਹੈ ਉਹ ਪੇਪਰ ਪ੍ਰਵਾਨ ਹੋ ਜਾਂਦਾ ਹੈ, ਅਪਰੂਵਲ ਹੋ ਜਾਂਦਾ ਗੌਰਮੈਂਟ ਵੱਲੋਂ, ਜਿਸ ਦੇ ਉੱਪਰ ਸਟੈਂਪ ਲੱਗ ਜਾਂਦੀ ਹੈ। ਇਸੇ ਤਰ੍ਹਾਂ ਚੀਜ਼ ਦੇ ਸਹੀ ਜਾਂ ਅਸਲੀ ਹੋਣ ਦਾ ਸਬੂਤ ਹੈ, ਜਿਸ ਦੇ ਉੱਪਰ ਪਰਮੇਸ਼ਰ ਦੇ ਨਾਮ ਦਾ ਚਿੰਨ੍ਹ ਲੱਗ ਜਾਂਦਾ ਹੈ, ਨਿਸ਼ਾਨ ਲੱਗ ਜਾਂਦਾ ਹੈ, ਮੋਹਰ ਲੱਗ ਜਾਂਦੀ, ਸਟੈਂਪ ਲੱਗ ਜਾਂਦੀ ਹੈ, ਤਾਂ ਉਹ ਹੀ ਜੀਵ ਬਹੁਤ ਵਡਭਾਗੇ ਹਨ ਜਿਨ੍ਹਾਂ ਨੂੰ ਵਾਹਿਗੁਰੂ ਅਣਮੁੱਲੀਆਂ ਹੀ ਤੇਰੀਆਂ ਦਾਤਾਂ ਤੇ ਬਖਸ਼ਿਸ਼ਾਂ ਹਨ, ਤੇ ਅਣਮੁੱਲੇ ਹੀ ਤੇਰੀ ਪ੍ਰਵਾਨਗੀ ਦੇ ਚਿੰਨ੍ਹ ਤੇ ਨਿਸ਼ਾਨ ਹਨ। ਕਈ ਤਰ੍ਹਾਂ ਦੇ ਵਾਹਿਗੁਰੂ ਦੀਆਂ ਮੋਹਰਾਂ, ਸਟੈਂਪਸ, ਕਈ ਤਰ੍ਹਾਂ ਦੇ ਮੋਹਰ, ਦਸਖਤ, ਨਿਸ਼ਾਨ, ਸਿਗਨੇਚਰ ਵਾਹਿਗੁਰੂ ਨੇ ਅਲੱਗ-ਅਲੱਗ ਜੀਵਾਂ 'ਤੇ, ਕਈਆਂ ਦੇ ਉੱਤੇ ਬਹੁਤ ਕਿਰਪਾ, ਸੰਤ ਮਹਾਂਪੁਰਖ ਪੁੱਜੇ ਹੋਏ ਆ, ਕਈ ਗੁਰਮੁਖ ਹਾਲੇ ਚੱਲ ਰਹੇ ਆ, ਕਈਆਂ ਨੇ ਕਮਾਈ ਕਰਕੇ ਕਈ ਗੁਰਮੁਖਾਂ ਨੇ ਮੰਜ਼ਿਲ ਪ੍ਰਾਪਤ ਕਰ ਲਈ ਹੈ। ਇਸ ਤਰ੍ਹਾਂ ਜਿਹੜੇ ਚੱਲੇ ਹੋਏ ਆ ਉਹਨਾਂ ਦੇ ਚਿਹਰੇ ਦਾ ਨੂਰ, ਉਹਨਾਂ ਦੇ ਚਿਹਰੇ ਦੇ ਨਿਸ਼ਾਨ, ਉਹਨਾਂ ਦਾ ਚਿਹਰੇ ਦਾ ਚਿੰਨ੍ਹ ਪਰਮਾਤਮਾ ਵੱਲੋਂ ਹੋਇਆ ਪ੍ਰਵਾਨ, ਜੋ ਪ੍ਰਵਾਨ ਹੋਇਆ ਚਿੰਨ੍ਹ ਹੈ
ਉਹਨਾਂ ਦੇ ਚਿਹਰੇ ਦਾ ਹੋਰ ਹੈ, ਜਿਹੜੇ ਪੁੱਜੇ ਹੋਇਆਂ ਦੇ ਚਿਹਰੇ ਦੇ ਚਿੰਨ੍ਹ ਨਿਸ਼ਾਨ ਹੋਰ ਹਨ। ਇਸ ਤਰ੍ਹਾਂ ਅਮੁੱਲ ਬਖਸ਼ੀਸ ਅਣਗਿਣਤ ਹੀ ਤੇ ਅਣਮੁੱਲੇ ਹਨ, ਵਡਭਾਗੇ ਹਨ ਤੇਰੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਲੇ। ਅਮੁੱਲ ਨਿਸ਼ਾਨ ਵਡਭਾਗੇ ਤੇ ਅਣਮੁੱਲੇ ਹਨ ਉਹ ਜਿਨ੍ਹਾਂ ਦੇ ਚਿਹਰਿਆਂ ਦੇ ਉੱਪਰ, ਜਿਨ੍ਹਾਂ ਦੀਆਂ ਆਤਮਾ ਉੱਪਰ ਤੇਰੀ ਪ੍ਰਵਾਨਗੀ ਦੇ ਨਿਸ਼ਾਨ ਲੱਗੇ ਹੋਏ ਹਨ। ਜਿਵੇਂ ਵਾਹਿਗੁਰੂ ਜਿਨ੍ਹਾਂ ਦੇ ਮੱਥੇ ਵਿੱਚ ਭਗਤੀ ਤੇ ਪ੍ਰਵਾਨਗੀ ਦੇ ਨਿਸ਼ਾਨ ਦੇ ਕੇ ਭੇਜਦਾ ਹੈ, ਤਾਂ ਉਹ ਸੰਸਾਰ ਵਿੱਚ ਆ ਕੇ ਚੰਗੇ ਕਰਮ ਕਰਦੇ ਹਨ ਤੇ ਸੰਤ ਹੋ ਕੇ ਨਾਮ ਦੀ ਦਾਤ ਵੰਡਦੇ ਹਨ। ਜਾਂ ਗੁਰੂ ਘਰੋਂ ਮਿਲੀ ਪੁੱਤਰ ਦੀ ਦਾਤ ਵੀ ਗੁਰੂ ਦੀ ਨਿਸ਼ਾਨੀ ਹੁੰਦੀ ਹੈ। ਇੱਕ ਐਗਜ਼ਾਮਪਲ ਪ੍ਰਮਾਣ, ਜਦ ਗੁਰੂ ਤੇਗ ਬਹਾਦਰ ਜੀ ਅਸਾਮ ਦੀ ਫੇਰੀ ਤੇ ਗਏ ਸਨ, ਤਾਂ ਉੱਥੋਂ ਦੇ ਰਾਜਾ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਜੀ ਸਭ ਸੁੱਖ ਹਨ ਪਰ ਪੁੱਤਰ ਦਾ ਸੁੱਖ ਨਹੀਂ। ਜੇ ਆਪ ਜੀ ਦੇ ਦਰ ਤੋਂ ਪੁੱਤਰ ਦੀ ਦਾਤ ਮਿਲ ਜਾਏ ਤਾਂ ਸੁੱਖ ਪ੍ਰਾਪਤ ਹੋਵੇ। ਉਸ ਸਮੇਂ ਗੁਰੂ ਜੀ ਅੱਗੇ ਸੰਗਤਾਂ ਦੀਆਂ ਚੜਾਈਆਂ ਹੋਈਆਂ ਬਹੁਤ ਭੇਟਾਵਾਂ ਪਈਆਂ ਸਨ। ਉਹਨਾਂ ਵਿੱਚ ਇੱਕ ਮੁੰਦਰੀ ਵੀ ਪਈ ਸੀ। ਗੁਰੂ ਜੀ ਨੇ ਉਹ ਮੁੰਦਰੀ ਚੁੱਕ ਕੇ ਰਾਜੇ ਦੇ ਮੱਥੇ ਉੱਤੇ ਲਾ ਦਿੱਤੀ ਅਤੇ ਆਖਿਆ ਕਿ ਤੁਹਾਡੇ ਘਰ ਪੁੱਤਰ ਹੋਵੇਗਾ ਅਤੇ ਉਸ ਦੇ ਮੱਥੇ ਉੱਪਰ ਸਾਡੀ ਇਸ ਮੁੰਦਰੀ ਦਾ ਨਿਸ਼ਾਨ ਹੋਵੇਗਾ। ਸਮਾਂ ਪਾ ਕੇ ਜਦ ਉਹਨਾਂ ਦੇ ਘਰ ਪੁੱਤਰ ਹੋਇਆ ਤਾਂ ਸੱਚਮੁੱਚ ਹੀ ਉਸ ਦੇ ਮੱਥੇ ਉੱਪਰ ਗੁਰੂ ਜੀ ਦੀ ਮੁੰਦਰੀ ਦਾ ਗੋਲ ਨਿਸ਼ਾਨ ਸੀ। ਉਸ ਦਾ ਨਾਮ ਰਤਨ ਰਾਏ ਹੋਇਆ ਅਤੇ ਉਸ ਨੇ ਵੱਡੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਇੱਕ 5 ਕਲਾ ਸ਼ਾਸਤਰ, ਇੱਕ ਪ੍ਰਸਾਦੀ ਹਾਥੀ ਤੇ ਇੱਕ ਪਸ਼ਮੀਨੇ ਦੇ ਕੱਪੜੇ ਦੀ ਬਣੀ ਹੋਈ ਬਹੁਤ ਹੀ ਕੀਮਤੀ ਚਾਨਣੀ ਭੇਟ ਕੀਤੀ ਸੀ। ਇਸ ਤਰ੍ਹਾਂ ਗੁਰੂ ਘਰ ਦੀਆਂ ਅਨੇਕਾਂ ਨਿਸ਼ਾਨੀਆਂ ਮਨੁੱਖ ਦੇ ਜੀਵਨ ਵਿੱਚ ਹਮੇਸ਼ਾ ਹੀ ਰਹਿੰਦੀਆਂ ਹਨ। ਅਮੁੱਲ ਕਰਮ, ਅਮੁੱਲ ਫਰਮਾਨ, ਕਰਮ ਦੇ ਉੱਪਰ ਵਿਸ਼ਰਾਮ ਆਊਗਾ। ਅਮੁੱਲ ਕਰਮ ਵਿਸ਼ਰਾਮ, ਅਮੁੱਲ ਫਰਮਾਨ ਉਚਾਰਨ ਠੀਕ ਹੈ, ਵਿਸ਼ਰਾਮ ਕਰਮ ਦੇ ਉੱਪਰ ਲੱਗੂਗਾ। ਸੋ ਇਸ ਦਾ ਅਰਥ ਹੈ ਕਿ ਵੱਡਮੁੱਲੀਆਂ ਤੇਰੀਆਂ ਰਹਿਮਤਾਂ ਹਨ, ਅਮੋਲਕ ਹੀ ਤੇਰੇ ਹੁਕਮ ਹਨ, ਜਿਨ੍ਹਾਂ ਅੰਦਰ ਸਾਰੀ ਸ੍ਰਿਸ਼ਟੀ ਦੇ ਜੀਵ ਤੁਰਦੇ ਫਿਰਦੇ ਹਨ। ਅਮੁੱਲ ਫਰਮਾਨ ਦਾ ਮਤਲਬ ਹੋ ਗਿਆ ਹੁਕਮ। ਅਨੇਕਾਂ ਤਰ੍ਹਾਂ ਦੇ ਤੇਰੇ ਹੁਕਮ ਹਨ ਤੇ ਉਹਨਾਂ ਹੁਕਮਾਂ ਦੇ ਵਿੱਚ ਸਾਰੀ ਸ੍ਰਿਸ਼ਟੀ ਦੇ ਜੀਵ ਤੁਰਦੇ ਫਿਰਦੇ ਹਨ। ਕਰਮ ਦਾ ਮਤਲਬ ਹੋ ਗਿਆ ਰਹਿਮਤ, ਕਿਰਪਾ। ਹੇ ਮੇਰੇ ਮੌਲਾ ਕਰਮ ਕਰ, ਹਨਾ। ਕਰਮ ਦਾ ਅਰਥ ਤੋਂ ਤਾਂ ਕਹਿ ਦਿੰਦੇ ਸੀ ਜੋ ਕਰਦੇ ਆ ਉਹ ਕਰਮ ਹੁੰਦਾ, ਬਟ ਇਹ ਉਰਦੂ ਦਾ, ਫਾਰਸੀ ਦਾ ਵਰਡ ਹੈ ਕਿ ਕਰਮ ਮਤਲਬ ਰਹਿਮਤ, ਮਿਹਰਬਾਨੀ। ਅਨੇਕਾਂ ਤੇ ਵਡਮੁੱਲੀਆਂ ਤੇਰੀਆਂ ਰਹਿਮਤਾਂ, ਮਿਹਰਬਾਨੀਆਂ ਹਨ। ਇਸ ਤਰ੍ਹਾਂ ਅਮੁੱਲੋ ਅਮੁੱਲ ਆਖਿਆ ਨਾ ਜਾਏ, ਅਮੁੱਲ ਦੇ ਉੱਪਰ ਵਿਸ਼ਰਾਮ ਆਊਗਾ। ਅਮੁੱਲੋ ਅਮੁੱਲ ਵਿਸ਼ਰਾਮ, ਆਖਿਆ ਨਾ ਜਾਏ, ਇੱਕੋ ਹੀ ਵਿਸ਼ਰਾਮ ਹੈ ਇੱਥੇ। ਉਚਾਰਨ ਇਹਦਾ ਠੀਕ ਹੈ। ਇਸ ਦਾ ਅਰਥ ਹੈ ਕਿ ਅਮੁੱਲ ਤੋਂ ਵੀ ਪਰੇ ਜੋ ਅਮੋਲਕ ਹੈ, ਮੁੱਲ ਤੋਂ ਵੀ ਪਰੇ ਜੋ ਅਮੋਲਕ ਹੈ, ਯਾਨੀ ਕਿ ਜਿਸ ਚੀਜ਼ ਦੀ ਪ੍ਰਾਈਜ਼ ਹੈ ਉਸ ਤੋਂ ਅੱਗੇ ਵੀ ਇੱਕ ਵਸਤੂ ਹੈ ਜਿਸ ਦੀ ਪ੍ਰਾਈਜ਼ ਨਹੀਂ ਹੈ। ਤਾਂ ਇਸ ਤਰ੍ਹਾਂ ਅਮੁੱਲ ਤੋਂ ਵੀ ਪਰੇ ਜੋ ਅਮੋਲਕ ਹੈ ਉਸ ਸਾਹਿਬ ਬਾਰੇ ਕੁਝ ਆਖਿਆ ਨਹੀਂ ਜਾਂਦਾ, ਜਿਸ ਪ੍ਰਮਾਤਮਾ ਦੀ ਕੋਈ ਕੀਮਤ ਨਹੀਂ ਹੈ। ਅਮੋਲਕ ਹੈ ਜੋ ਵਾਹਿਗੁਰੂ, ਆਖਿਆ ਨਾ ਜਾਏ ਦਾ ਮਤਲਬ ਹੋ ਗਿਆ ਉਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਸੋ ਇਸ ਦੇ ਵਿੱਚ ਇੱਕ ਸਵਾਲ ਆਪਾਂ ਇਸ ਤਰ੍ਹਾਂ ਦਾ ਬਣਦਾ ਕਿ ਜਿਸ ਵਾਹਿਗੁਰੂ ਦੇ ਧਿਆਨ ਦੇ ਰਾਹੀਂ ਜੋ ਮਨੁੱਖ ਸੰਤ ਬਣ ਜਾਂਦਾ ਹੈ, ਜਿਸ ਵਾਹਿਗੁਰੂ ਦੇ ਧਿਆਨ ਦੇ ਰਾਹੀਂ ਜੋ ਮਨੁੱਖ ਸੰਤ ਬਣ ਜਾਂਦਾ ਹੈ ਜਾਂ ਉਸ ਵਿੱਚ ਲੀਨ ਹੋ ਜਾਂਦਾ ਹੈ, ਉਹ ਸ਼ਕਤੀਵਾਨ ਕੈਸਾ ਤੇ ਕੌਣ ਹੈ? ਉਹ ਵਾਹਿਗੁਰੂ ਪਰਮਾਤਮਾ ਜਿਸ ਦੇ ਧਿਆਨ ਦੇ ਵਿੱਚ ਮਨੁੱਖ ਸੰਤ ਗੁਰਮੁਖ ਬਣ ਜਾਂਦਾ ਹੈ, ਉਹ ਵਾਹਿਗੁਰੂ ਸ਼ਕਤੀਵਾਨ ਕੈਸਾ ਹੈ? ਤਾਂ ਉਸ ਦਾ ਜਵਾਬ ਦੇ ਵਿੱਚ ਇਸ ਤਰ੍ਹਾਂ ਸਾਨੂੰ ਸਤਿਪੁਰਖ ਜਵਾਬ ਦਿੰਦੇ ਕਿ ਵਾਹਿਗੁਰੂ ਬਹੁਤ ਹੀ ਅਣਮੁੱਲ ਤੇ ਅਮੋਲਕ ਹੈ। ਇਸ ਲਈ ਕੋਈ ਵੀ ਕਦੀ ਵੀ ਸਪਸ਼ਟ ਰੂਪ ਵਿੱਚ ਉਸ ਦੀ ਸੀਮਾ ਨੂੰ ਸਮਝ ਨਹੀਂ ਸਕਦਾ।
ਬਸ ਅਸੀਂ ਇਦਾਂ ਕਹਿ ਸਕਦੇ ਕਿ ਉਹ ਅਮੁੱਲ ਹੈ, ਅਮੁੱਲੋ ਅਮੁੱਲ ਹੈ, ਕੀਮਤੀ ਤੋਂ ਵੀ ਕੀਮਤੀ ਹੈ, ਬਹੁਤ ਹੀ ਅਣਮੁੱਲਾ ਹੈ, ਅਮੋਲਕ ਹੈ, ਆਖਿਆ ਨਾ ਜਾਏ। ਅਸੀਂ ਕੋਈ ਵੀ ਮਨੁੱਖ ਕਦੀ ਵੀ ਸਪਸ਼ਟ ਰੂਪ ਉੱਪਰ ਕਲੀਅਰਲੀ ਅਸੀਂ ਉਸ ਦੀ ਸੀਮਾ ਨੂੰ ਜਾਂ ਉਸ ਦੇ ਗੁਣਾਂ ਨੂੰ ਜਾਂ ਉਸ ਨੂੰ ਸਮਝ ਨਹੀਂ ਸਕਦੇ। ਦੈਨ ਆਖ ਆਖ ਰਹੇ ਲਿਵ ਲਾਏ, ਆਖ ਆਖ ਦੇ ਉੱਪਰ ਵਿਸ਼ਰਾਮ ਆਊਗਾ। ਆਖ ਆਖ ਵਿਸ਼ਰਾਮ ਰਹੇ ਲਿਵ ਲਾਏ, ਇਸ ਦਾ ਅਰਥ ਹੈ ਕਿ ਸੰਤ ਭਗਤ ਲਗਾਤਾਰ ਵਾਹਿਗੁਰੂ ਨੂੰ ਜਪ ਜਪ ਕੇ ਉਸ ਦੇ ਨਾਮ ਨੂੰ ਉਚਾਰਨ ਕਰ ਕਰਕੇ ਉਸ ਵਿੱਚ ਲੀਨ ਰਹਿੰਦੇ ਹਨ। ਆਖ ਆਖ ਹੈ ਨਾ, ਰਹੇ ਲਿਵ ਲਾਏ, ਉਸ ਵਿੱਚ ਲੀਨ ਰਹਿਣਾ। ਲਿਵ ਲਾਏ ਦਾ ਮਤਲਬ ਹੈ ਲੀਨ ਰਹਿਣਾ, ਪਰ ਉਸ ਦਾ ਅੰਤ ਨਹੀਂ ਪਾ ਸਕਦੇ। ਜਿਵੇਂ ਮੱਛਲੀ ਸਮੁੰਦਰ ਵਿੱਚ ਉਸ ਦਾ ਆਨੰਦ ਤਾਂ ਲੈ ਸਕਦੀ ਹੈ ਪਰ ਅੰਤ ਨਹੀਂ ਪਾ ਸਕਦੀ। ਜਿਵੇਂ ਪੰਛੀ ਅਸਮਾਨ ਵਿੱਚ ਉਡਾਰੀਆਂ ਦਾ ਆਨੰਦ ਤਾਂ ਲੈ ਸਕਦਾ ਪਰ ਆਸਮਾਨ ਦਾ ਅੰਤ ਨਹੀਂ ਪਾ ਸਕਦਾ, ਉਵੇਂ ਜਿਵੇਂ ਸੰਤ ਭਗਤ ਗੁਰਮੁਖ ਜਨ ਲਗਾਤਾਰ ਵਾਹਿਗੁਰੂ ਨੂੰ ਜਪ ਜਪ ਕੇ ਉਸ ਦੇ ਨਾਮ ਨੂੰ ਉਚਾਰਨ ਕਰ ਕਰਕੇ ਆਨੰਦ ਤਾਂ ਲੈ ਸਕਦੇ ਹਨ ਪਰ ਉਸ ਦਾ ਅੰਤ ਨਹੀਂ ਪਾ ਸਕਦੇ। ਆਖੇ ਵੇਦ ਪਾਠ ਪੁਰਾਣ, ਆਖੇ ਦੇ ਉੱਪਰ ਵਿਸ਼ਰਾਮ ਆਊਗਾ, ਇੱਕੋ ਹੀ ਵਿਸ਼ਰਾਮ। ਆਖੇ ਨਹੀਂ ਕਹਿਣਾ ਇਹਨੂੰ, ਆਖੇ ਕਹਿਣਾ। ਆਖੇ ਵਿਸ਼ਰਾਮ, ਵੇਦ ਪਾਠ ਪੁਰਾਣ। ਸੋ ਇਹਦਾ ਉਚਾਰਨ ਠੀਕ ਹੈ, ਬਸ ਅੱਖ ਹੈ ਜਾਂ ਆਖੇ ਨਹੀਂ ਕਹਿਣਾ, ਹਾਹਾ ਲਾਉਣਾ ਤੇ ਹੇ ਦੀ ਸੌਂਡ ਦੇਣੀ ਹੈ। ਆਖੇ ਵੇਦ ਪਾਠ ਪੁਰਾਣ। ਗੁਰੂ ਜੀ ਕਹਿੰਦੇ ਹਨ, ਹੇ ਵਾਹਿਗੁਰੂ, 4 ਵੇਦ ਅਤੇ 18 ਪੁਰਾਣਾਂ ਨੂੰ ਹੈ ਨਾ, ਵੇਦ ਪਾਠ ਪੁਰਾਣ। ਵੇਦ ਦਾ ਮਤਲਬ ਹੋ ਗਿਆ 4 ਵੇਦ, ਪੁਰਾਣ ਮਤਲਬ ਹੋ ਗਿਆ 18 ਪੁਰਾਣ। 4 ਵੇਦ ਤੇ 18 ਪੁਰਾਣਾਂ ਨੂੰ ਪੜ੍ਹਨ ਵਾਲੇ ਵੀ ਤੈਨੂੰ ਪੁਕਾਰਦੇ ਤੇ ਆਖਦੇ ਹਨ। ਵੇਦ ਅਤੇ ਪੁਰਾਣ ਵੀ ਤੈਨੂੰ ਪੁਕਾਰਦੇ ਹਨ। ਆਖੇ ਪੜ੍ਹੇ ਕਰਹੇ ਵਖਿਆਣ। ਆਖੇ ਦੇ ਉੱਪਰ ਇੱਥੇ ਵਿਸ਼ਰਾਮ ਆਊਗਾ, ਇੱਕੋ ਵਿਸ਼ਰਾਮ ਆ। ਆਖੇ ਦੇ ਉੱਪਰ ਰੁਕਣਾ ਥੋੜਾ ਜਿਹਾ ਤੇ ਫਿਰ ਪੜ੍ਹੇ ਕਰਹੇ ਵਖਿਆਣ। ਪੜ੍ਹੇ ਕਰਹਿ ਵਖਿਆਣ, ਕਰਹਿ ਨਹੀਂ ਕਹਿਣਾ, ਕਰਹੇ ਕਹਿਣਾ, ਹਾਹੀ ਸੈਰੀ ਹੇ। ਇਸੇ ਤਰ੍ਹਾਂ ਆਖੇ ਹਾਹੇ ਸੈਰੀ ਹੇ, ਕਰਹੇ ਹਾਹੇ ਸੈਰੀ ਹੇ, ਇਸ ਤਰ੍ਹਾਂ। ਆਖੇ ਪੜ੍ਹੇ ਕਰਹੇ ਵਖਿਆਣ। ਇਸ ਪੰਕਤੀ ਦਾ ਅਰਥ ਹੈ ਵਾਹਿਗੁਰੂ ਜੀ, ਬਹੁਤ ਵਿਦਵਾਨ ਲੋਕ ਪਹਿਲਾਂ ਪੜ੍ਹ ਕੇ ਫਿਰ ਪਰਮਾਤਮਾ ਦਾ ਵਿਖਿਆਨ ਕਰਦੇ ਹਨ, ਭਾਵ ਪ੍ਰਚਾਰ ਕਰਦੇ ਹਨ, ਆਖ ਕੇ ਸੁਣਾਉਂਦੇ ਹਨ। ਇਹ ਰੀਤੀ ਹੈ ਸੰਸਾਰ ਦੀ, ਵਿਦਵਾਨਾਂ ਦੀ ਰੀਤ ਹੈ ਕਿ ਅਸੀਂ ਜਦੋਂ ਕੋਈ ਵੀ ਕਿਸੇ ਗ੍ਰੰਥ ਨੂੰ ਪੜ੍ਹਦੇ ਹਾਂ, ਪਹਿਲਾਂ ਉਸ ਨੂੰ ਪੜ੍ਹਦੇ ਹਾਂ, ਫਿਰ ਉਸ ਦਾ ਵਿਖਿਆਨ ਕਰਦੇ ਹਾਂ, ਭਾਵ ਉਸ ਦੀ ਮੀਨਿੰਗ, ਉਸ ਦੀ ਟ੍ਰਾਂਸਲੇਸ਼ਨ ਕਰਦੇ ਹਾਂ। ਆਖੇ ਟ੍ਰਾਂਸਲੇਸ਼ਨ ਕਰਕੇ ਆਖ ਕੇ ਸੁਣਾਉਂਦੇ ਹਾਂ। ਆਖੇ ਆਖ ਕੇ ਸੁਣਾਉਂਦੇ ਹਾਂ। ਕੀ ਸੁਣਾਉਂਦੇ ਹਾਂ? ਪਹਿਲਾਂ ਵੇਦਾਂ ਨੂੰ ਪੜ੍ਹਦੇ ਹਾਂ, ਫਿਰ ਉਹਦਾ ਵਿਖਿਆਨ ਕਰਕੇ ਸੁਣਾਉਂਦੇ ਹਾਂ, ਆਖਦੇ ਹਾਂ। ਆਖੇ ਬਰਮੇ, ਆਖੇ ਇੰਦ। ਸੋ ਇੱਥੇ ਬਰਮੇ ਦੇ ਉੱਪਰ ਵਿਸ਼ਰਾਮ ਆਊਗਾ, ਇਹਨੂੰ ਬਰਮੇ ਨਹੀਂ ਕਹਿਣਾ ਆਪਾਂ, ਪਰ ਪਹਿਲਾਂ ਆਪਾਂ ਵਿਸ਼ਰਾਮ ਪੜ੍ਹੀਏ। ਬਰਮੇ ਦੇ ਉੱਪਰ ਵਿਸ਼ਰਾਮ, ਆਖੇ ਬਰਮੇ ਵਿਸ਼ਰਾਮ। ਆਖੇ ਇੰਦ, ਬੱਬਾ ਰਾਰਾ ਮੰਮੇ ਲਾਵਾਂ। ਸੋ ਜਿਹੜਾ ਰਾਰਾ ਹੈਗਾ ਉਹਨੂੰ ਥੋੜਾ ਜਿਹਾ ਜੰਪ ਦੇ ਕੇ ਬੋਲਣਾ, ਭਾਰਾ ਕਰਕੇ। ਆਖੇ ਬਰਮੇ, ਬਰਮੇ ਬੋਲਣਾ, ਬਰਮੇ ਨਹੀਂ ਬੋਲਣਾ। ਬਰਮੇ ਨੋਟ ਮੀਨਸ, ਬਰਮੇ ਦਾ ਕੋਈ ਉਹਦਾ ਅਰਥ ਨਹੀਂ ਬਣਦਾਗਾ, ਬਰਮੇ ਬੋਲਾਂਗੇ। ਆਖੇ ਬਰਮੇ, ਆਖੇ ਇੰਦ, ਆਖੇ ਹਾਹੇ ਸੈਰੀ ਹੇ, ਆਖੇ ਇੰਦ ਹਾਹੇ ਸੈਰੀ ਹੇ, ਇਸ ਤਰ੍ਹਾਂ ਬੋਲਣਾ। ਆਖੇ ਬਰਮੇ, ਆਖੇ ਇੰਦ। ਇਸ ਦਾ ਅਰਥ ਹੈ ਵਾਹਿਗੁਰੂ, ਤੈਨੂੰ ਬਰਮਾ ਵੀ ਆਖਦਾ ਹੈ, ਭਾਵ ਜਪਦਾ ਹੈ, ਤੇ ਸਵਰਗ ਦਾ ਰਾਜਾ ਇੰਦਰ ਵੀ ਤੈਨੂੰ ਜਪਦਾ ਹੈ। ਆਖੇ ਗੋਪੀ ਤੈ ਗੋਵਿੰਦ। ਗੋਪੀ ਦੇ ਉੱਪਰ ਵਿਸ਼ਰਾਮ ਆਊਗਾ। ਆਖੇ ਗੋਪੀ ਵਿਸ਼ਰਾਮ, ਤੈ ਗੋਵਿੰਦ, ਇਸ ਤਰ੍ਹਾਂ ਦਾ ਉਚਾਰਨ ਹੈ। ਉਚਾਰਨ ਠੀਕ ਹੈ।
ਆਖੇ ਹੀ ਬੋਲਣਾ ਬਸ। ਆਖੇ ਹੀ ਗੋਪੀ ਤੈ ਗੋਬਿੰਦ, ਇਸ ਦਾ ਅਰਥ ਹੈ ਵਾਹਿਗੁਰੂ ਤੈਨੂੰ ਕ੍ਰਿਸ਼ਨ ਤੇ ਉਸ ਦੀਆਂ ਗੋਪੀਆਂ ਵੀ ਗਾਉਂਦੀਆਂ ਹਨ। ਗੋਪੀ ਆਖੇ ਗੋਪੀ ਮਤਲਬ ਕ੍ਰਿਸ਼ਨ ਤੇ ਉਹਦੀਆਂ ਗੋਪੀਆਂ ਜੋ ਹਨ ਉਹ ਵੀ ਗਾਉਂਦੀਆਂ ਹਨ। ਤੈ ਗੋਬਿੰਦ, ਇਸ ਦਾ ਅਰਥ ਹੈ ਭਾਗਵਤ ਗੀਤਾ ਵਿੱਚ ਕ੍ਰਿਸ਼ਨ ਨੇ ਤੈਨੂੰ ਗੋਬਿੰਦ ਦੇ ਨਾਮ ਨਾਲ ਗਾਇਆ ਹੈ। ਤੈ ਗੋਬਿੰਦ, ਗੀਤਾ ਦੇ ਵਿੱਚ ਭਾਗਵਤ ਗੀਤਾ ਵਿੱਚ ਕ੍ਰਿਸ਼ਨ ਨੇ ਤੈਨੂੰ ਗੋਬਿੰਦ ਦੇ ਨਾਮ ਨਾਲ ਗਾਇਆ ਹੈ। ਦੈਨ ਆਖੇ ਈਸ਼ਰ, ਆਖੇ ਸਿੱਧ, ਈਸ਼ਰ ਦੇ ਉੱਤੇ ਪਰ ਵਿਸ਼ਰਾਮ ਆਊਗਾ। ਆਖੇ ਈਸ਼ਰ ਵਿਸ਼ਰਾਮ, ਆਖੇ ਸਿੱਧ, ਸਿੱਧ ਨਹੀਂ ਬੋਲਣਾ, ਸਿੱਧ ਐ ਬੋਲਣਾ। ਸੋ ਈਸ਼ਰ ਦੇ ਉੱਪਰ ਵਿਸ਼ਰਾਮ ਹੈ, ਉਚਾਰਨ ਠੀਕ ਹੈ। ਸੋ ਇਸ ਦਾ ਅਰਥ ਹੈ ਹੇ ਵਾਹਿਗੁਰੂ, ਈਸ਼ਰ ਦਾ ਅਰਥ ਹੈ ਸ਼ਿਵਾ ਵੀ ਤੇਰੇ ਅੱਗੇ ਪ੍ਰਾਰਥਨਾ ਕਰਦਾ ਹੈ ਅਤੇ ਗੋਰਖ ਸਮੇਤ ਹੋਰ ਸਿੱਧ ਵੀ ਤੈਨੂੰ ਆਖਦੇ ਹਨ। ਆਖੇ ਸਿੱਧ ਮਤਲਬ ਗੋਰਖ ਸਿੱਧ ਜੋ ਜੋਗੀ ਹੋਇਆ, ਗੋਰਖ ਜੋਗੀ ਅਤੇ ਹੋਰ ਸਿੱਧ ਵੀ ਤੈਨੂੰ ਆਖਦੇ ਹਨ। ਆਖੇ ਕੇਤੇ ਕੀਤੇ ਬੁੱਧ, ਆਖੇ ਦੇ ਉੱਪਰ ਵਿਸ਼ਰਾਮ ਹੈ, ਬਾਕੀ ਠੀਕ ਆ। ਆਖੇ ਵਿਸ਼ਰਾਮ, ਕੇਤੇ ਕੀਤੇ ਬੁੱਧ, ਇਸ ਦਾ ਅਰਥ ਹੈ ਹੇ ਵਾਹਿਗੁਰੂ ਹੋਰ ਕਿੰਨੇ ਹੀ ਜੋ ਬੁੱਧ ਆਦਿਕ ਤੂੰ ਪੈਦਾ ਕੀਤੇ ਹੋਏ ਹਨ। ਕੀਤੇ ਮਤਲਬ ਕਿੰਨੇ ਹੀ, ਕੀਤੇ ਮਤਲਬ ਪੈਦਾ ਕੀਤੇ, ਕੌਣ? ਬੁੱਧ। ਹੋਰ ਕਿੰਨੇ ਹੀ ਜੋ ਬੁੱਧ ਆਦਿਕ ਤੂੰ ਪੈਦਾ ਕੀਤੇ ਹਨ ਸਭ ਤੈਨੂੰ ਜਪਦੇ ਹਨ। ਆਖੇ ਦਾਨਵ, ਆਖੇ ਦੇਵ, ਦਾਨਵ ਦੇ ਉੱਪਰ ਵਿਸ਼ਰਾਮ, ਆਖੇ ਦਾਨਵ ਵਿਸ਼ਰਾਮ, ਆਖੇ ਦੇਵ, ਇਸ ਦਾ ਅਰਥ ਹੈ ਹੇ ਵਾਹਿਗੁਰੂ ਜੀ ਜਿੰਨੇ ਵੀ ਦੈਂਤ ਤੇ ਰਾਖਸ਼ ਹਨ। ਦਾਨਵ ਮੀਨਸ ਰਾਖਸ਼, ਦੈਂਤ। ਕਿੰਨੇ ਜਿੰਨੇ ਵੀ ਦੈਂਤ ਤੇ ਰਾਖਸ਼ ਹਨ ਉਹ ਵੀ ਤੈਨੂੰ ਜਪਦੇ ਹਨ। ਆਖੇ ਦੇਵ, ਦੇਵ ਦਾ ਅਰਥ ਹੈ ਦੇਵਤੇ। ਜਿੰਨੇ ਵੀ ਦੇਵੀ ਦੇਵਤੇ ਹਨ ਉਹ ਵੀ ਤੈਨੂੰ ਜਪਦੇ ਹਨ। ਆਖੇ ਸੁਰ ਨਰ, ਮਨ ਜਨ ਸੇਵ, ਨਰ ਦੇ ਉੱਪਰ ਵਿਸ਼ਰਾਮ ਆਊਗਾ। ਆਖੇ ਸੁਰ ਨਰ ਵਿਸ਼ਰਾਮ, ਮਨ ਜਨ ਸੇਵ। ਇਸ ਤਰ੍ਹਾਂ ਇਸ ਪੰਕਤੀ ਦਾ ਅਰਥ ਹੈ ਕਿ ਦੇਵਤੇ, ਮਨੁੱਖ, ਰਿਸ਼ੀ ਮੁਨੀ, ਸੰਤ ਅਤੇ ਸਾਰੇ ਸੇਵਕ ਵੀ ਤੈਨੂੰ ਜਪਦੇ ਹਨ। ਸੁਰ ਮੀਨਸ ਦੇਵਤੇ, ਨਰ ਮੀਨਸ ਮਨੁੱਖ, ਮਨ ਮੀਨਸ ਰਿਸ਼ੀ ਮੁਨੀ, ਜਨ ਮੀਨਸ ਸੰਤ ਜਨ, ਸੇਵ ਮੀਨਸ ਸੇਵਕ। ਇਹ ਸਾਰੇ ਤੈਨੂੰ ਜਪਦੇ ਹਨ। ਕੇਤੇ ਆਖੇ, ਆਖਣ ਪਾਹੇ, ਆਖੇ ਦੇ ਉੱਪਰ ਵਿਸ਼ਰਾਮ, ਕੀਤੇ ਆਖੇ ਵਿਸ਼ਰਾਮ, ਆਖਣ ਪਾਹੇ। ਤੋ ਇਸ ਦਾ ਅਰਥ ਹੈ ਕਿੰਨੇ ਹੀ ਤੈਨੂੰ ਧਿਆਨ ਕਰਕੇ ਆਖਦੇ ਹਨ। ਸੋ ਜਿਹੜਾ ਕੇਤੇ, ਕੇਤੇ ਅਸੀਂ ਪੜ੍ਹਦੇ ਹਾਂ, ਕੇਤੇ ਦਾ ਅਰਥ ਹੈ ਕਿੰਨੇ ਹੀ। ਕੇਤੇ ਦਾ ਅਰਥ ਕਿੰਨੇ ਹੀ, ਜਿਵੇਂ ਆਪਾਂ ਪਿੱਛੇ ਕਾਊਂਟਲੈਸ ਪੜ੍ਹਿਆ ਸੀ, ਅਸੰਖ, ਗਿਣਤੀ ਤੋਂ ਬਾਹਰ। ਕੇਤੇ ਦਾ ਅਰਥ ਵੀ ਗਿਣਤੀ ਤੋਂ ਬਾਹਰ ਹੀ ਬਣਦਾ, ਕਾਊਂਟਲੈਸ ਬੋਲ ਸਕਦੇ ਹਾਂ ਅਸੀਂ, ਕਾਊਂਟਲੈਸ। ਸੋ ਕਿੰਨੇ ਹੀ ਤੈਨੂੰ ਧਿਆਨ ਕਰਕੇ ਆਖਦੇ ਹਨ। ਕੇਤੇ ਆਖੇ, ਕਿੰਨੇ ਹੀ ਤੈਨੂੰ ਆਖਦੇ ਹਨ। ਆਖਣ ਪਾਹੇ ਦਾ ਮਤਲਬ ਹੋਰ ਤੈਨੂੰ ਕਹਿਣ ਦੀ ਹਿੰਮਤ ਕਰਦੇ ਹਨ। ਆਖਣ ਪਾਹੇ ਮੀਨਸ ਹੋਰ ਕਹਿ ਰਹੇ ਹਨ, ਕਹਿਣ ਦੀ ਹਿੰਮਤ ਕਰ ਰਹੇ ਹਨ। ਕੇਤੇ ਕਹੇ ਕਹੇ, ਉਠ ਉਠ ਜਾਹੇ, ਇਸ ਤਰ੍ਹਾਂ ਕਹੇ ਦੇ ਉੱਤੇ ਵਿਸ਼ਰਾਮ ਆਊਗਾ। ਕੇਤੇ ਕਹੇ ਕਹੇ ਵਿਸ਼ਰਾਮ, ਉਠ ਉਠ ਜਾਹੇ। ਓਕੇ, ਸੋ ਇੱਥੇ ਹੁਣ ਸਾਨੂੰ ਕਲੀਅਰ ਹੋ ਜੂਗਾ ਕਿ ਅਸੀਂ ਕਹਿ ਕਹਿ ਨਹੀਂ ਬੋਲਣਾ। ਕੇਤੇ ਕਹਿ ਕਹਿ, ਕਹਿ ਕਹਿ ਨਹੀਂ ਬੋਲਣਾ, ਕਿਉਂਕਿ ਇੱਥੇ ਵੀ ਕੱਕਾ ਹਾਹੇ ਸਿਆਰੀ ਹੈ ਤੇ ਅੱਗੇ ਜਾਹੇ ਦੇ ਉੱਪਰ ਵੀ ਜੱਜੇ ਕੰਨਾ ਹਾਹੇ ਸਿਆਰੀ ਹੈ। ਜੇ ਇਸ ਨੂੰ ਉਠ ਉਠ ਜਾਹੇ ਬੋਲਾਂਗੇ ਤਾਂ ਇਸ ਨੂੰ ਕਹਿ ਕਹਿ ਨਹੀਂ ਬੋਲ ਸਕਦੇ, ਕਹੇ ਕਹੇ ਬੋਲਾਂਗੇ। ਕੇਤੇ ਕਹੇ ਕਹੇ, ਕਹਿ ਕਹਿ ਰੋਂਗ ਸਾਊਂਡ ਹੈ, ਰੋਂਗ ਪ੍ਰੋਨਾਊਨ ਹੈ, ਤੋ ਇਹ ਪ੍ਰੋਨਾਊਂਸ ਗਲਤ ਕਰਦੇ ਹਾਂ ਅਸੀਂ। ਕੇਤੇ ਕਹੇ ਕਹੇ ਐ ਬੋਲਣਾ ਸੀ। ਕੇਤੇ ਕਹੇ ਕਹੇ, ਉਠ ਉਠ ਜਾਹੇ, ਇਸ ਦਾ ਅਰਥ ਹੈ ਕਿ ਕਿੰਨੇ ਹੀ ਤੈਨੂੰ ਵਾਰੀ ਵਾਰੀ, ਕਿੰਨਿਆਂ ਨੇ ਹੀ ਤੈਨੂੰ ਵਾਰੀ ਵਾਰੀ ਜਪਿਆ ਤੇ ਉੱਠ ਕੇ ਚਲੇ ਗਏ, ਭਾਵ ਵਾਰੀ ਆਈ ਤੋਂ ਚਲੇ ਗਏ। ਉਠ ਉਠ ਜਾਹੇ,
मतलब संसार दे उपर किन्ने ही आए ते तेरा नाम जप के वारी वारी अनुसार तेरा नाम जप के तैनू कह के ते चले गए। then इते कीते होर करहे, कीते दे उपर विश्राम आऊगा। इते कीते विश्राम होर करहे, इस तरह इनू करे नहीं कहना, होर करे। जो करे कवांगे तो हाहा साइलेंट हो जाऊगा, हाहे नू असीं खा जाएंगे। हाहा खाना नहीं है, हाहे नू आवाज़ देनी है, असीं हाहे नू बुलाउणा। करहे कक्का रारा हाहे नू सिहारी, करहे कक्का रारे लावां हाहे सिहारी, करहे करहे कर है भी नहीं कहना, करहे इस तरह। एते कीते होर करहे, इस तरह बोलना। इसका अर्थ है वाहिगुरू तेरी सिफत सलाह करन वाले जिन्ने तू पहला पैदा कीते सन, इते कीते जिन्ने तू पहला पैदा कीते सन, होर करहे जे एने होर पैदा कर देवें, होर रच देवें तां फिर ਤਾਂ ਗੁਰੂ ਜੀ ਅੱਗੇ ਕਹਿੰਦੇ ਤਾਂ ਆਖ ਨਾ ਸਕਹੇ ਕਈ ਕੇ, ਸਕਹੇ ਦੇ ਉੱਤੇ ਵਿਸ਼ਰਾਮ ਆਊਗਾ। ਸਕਹੇ ਆ ਤਾਂ ਆਖ ਨਾ ਸਕਹੇ ਵਿਸ਼ਰਾਮ, ਕਈ ਕੇ ਓਕੇ ਸਕਹੇ ਬੋਲਣਾ, ਸਕਹਿ ਨਹੀਂ ਬੋਲਣਾ। ਤਾਂ ਆਖ ਨਾ ਸਕਹੇ ਕਈ ਕੇ। ਤਾਂ ਗੁਰੂ ਜੀ ਕਹਿੰਦੇ ਹਨ ਜਿਵੇਂ ਉਤਲੀ ਪੰਕਤੀ ਵਿੱਚ ਕਿਹਾ, ਜਿੰਨੇ ਤੂੰ ਪਹਿਲਾਂ ਪੈਦਾ ਕੀਤੇ ਤੈਨੂੰ ਤੇਰੀ ਸਿਫਤ ਸਲਾਹ ਕਰਨ ਵਾਲੇ ਜਿੰਨੇ ਪਹਿਲਾਂ ਹੋਏ ਹਨ, ਜੇ ਤੂੰ ਐਨੇ ਹੋਰ ਵੀ ਪੈਦਾ ਕਰ ਦੇਵੇਂ ਤਾਂ ਵੀ ਉਹ ਤੇਰੀਆਂ ਨੇਕੀਆਂ ਦੇ ਗੁਣਾਂ ਨੂੰ ਅਤੇ ਨੇਕੀਆਂ ਨੂੰ ਥੋੜ੍ਹਾ ਜਿੰਨਾ ਵੀ ਨਹੀਂ ਕਹਿ ਸਕਦੇ। ਤਾਂ ਆਖ ਨਾ ਸਕੇ, ਫਿਰ ਵੀ ਤੇਰੇ ਗੁਣਾਂ ਨੂੰ ਤੇ ਚੰਗਿਆਈਆਂ ਨੂੰ ਨਹੀਂ ਕਹਿ ਸਕਦੇ, ਜਿੰਨੇ ਮਰਜ਼ੀ ਹੋਰ ਹੋ ਜਾਣ। ਜੇ ਵਡ ਭਾਵੈ ਤੇ ਵਡ ਹੋਏ, ਭਾਵੈ ਦੇ ਉੱਪਰ ਵਿਸ਼ਰਾਮ ਆਊਗਾ। ਜੇ ਵਡ ਭਾਵੈ ਵਿਸ਼ਰਾਮ ਤੇ ਵਡ ਹੋਏ, ਇਸ ਦਾ ਅਰਥ ਹੈ ਜਿੰਨਾ ਵੱਡਾ ਉਸ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ, ਵਾਹਿਗੁਰੂ ਓਨਾ ਵੱਡਾ ਹੀ ਹੋ ਜਾਂਦਾ ਹੈ। ਜੇ ਵਡ ਭਾਵੈ ਮਤਲਬ ਵਾਹਿਗੁਰੂ ਨੂੰ ਜੇ ਭਾਵੇ ਕਿ ਉਹ ਬਹੁਤ ਵੱਡਾ ਹੋ ਜੇ, ਤੇਵਡ ਹੋਏ ਉਹ ਓਨਾ ਹੀ ਵੱਡਾ ਹੋ ਜਾਂਦਾ। ਤੇਵਡ ਮਤਲਬ ਓਨਾ, ਜੇਵਡ ਮਤਲਬ ਜਿੰਨਾ, ਜਿੰਨਾ ਉਹਨੂੰ ਭਾਉਂਦਾ ਉਹ ਓਨਾ ਹੀ ਵੱਡਾ ਹੋ ਜਾਂਦਾ। ਜਿਵੇਂ ਇੱਕ ਸਾਖੀ ਆਉਂਦੀ ਹੈ, ਜਨਮ ਸਾਖੀ ਦੇ ਵਿੱਚ ਲਿਖਿਆ ਹੈ ਕਿ ਜਦ ਗੁਰੂ ਨਾਨਕ ਦੇਵ ਜੀ ਮਿਰਜ਼ਾਪੁਰ ਦੇ ਜੰਗਲਾਂ ਵਿੱਚ ਵਿਚਰ ਰਹੇ ਸਨ ਤਾਂ ਉਹਨਾਂ ਸਾਹਮਣੇ ਇੱਕ ਮਾਇਆਵੀ ਰਾਖਸ਼ ਆਇਆ, ਜਿਸ ਦਾ ਬਹੁਤ ਉੱਚਾ ਕੱਦ ਲੰਮਾ ਸੀਗਾ, ਬਹੁਤ ਉੱਚਾ ਲੰਮਾ ਕੱਦ ਸੀ। ਉਸਨੇ ਗੁਰੂ ਨਾਨਕ ਦੇਵ ਜੀ ਨੂੰ ਸਾਬਤਾ ਹੀ ਆਪਣੇ ਮੂੰਹ ਵਿੱਚ ਪਾ ਲਿਆ ਤੇ ਖਾ ਗਿਆ। ਰਾਖਸ਼ ਦੇ ਅੰਦਰ ਜਾ ਕੇ ਗੁਰੂ ਜੀ ਨੇ ਆਪਣਾ ਸਰੀਰ ਬਹੁਤ ਵੱਡਾ ਕਰ ਲਿਆ ਤਾਂ ਰਾਖਸ਼ ਔਖਾ ਹੋਣ ਲੱਗਿਆ। ਫਿਰ ਉਸਨੇ ਆਪਣਾ ਸਰੀਰ ਹੋਰ ਵੱਡਾ ਕਰ ਲਿਆ, ਕਿਉਂਕਿ ਉਹ ਜਿਹੜਾ ਰਾਖਸ਼ ਸੀ ਨਾ, ਮਾਇਆਵੀ ਰਾਖਸ਼ ਸੀ। ਮਾਇਆਵੀ ਦਾ ਮਤਲਬ ਹੁੰਦਾ ਹੈ ਸ਼ਕਤੀ ਵਾਲਾ, ਸ਼ਕਤੀ ਵਾਲਾ ਰਾਖਸ਼। ਕੁੰਜ ਰਾਖਸ਼ ਹੁੰਦੇ ਆ, ਇੱਕ ਰਾਖਸ਼ਾਂ ਕੋਲ ਸ਼ਕਤੀਆਂ ਹੁੰਦੀਆਂ, ਆਪਣੀਆਂ ਸ਼ਕਲਾਂ ਨੂੰ ਚੇਂਜ ਕਰ ਲੈਣਾ, ਆਪਣੀਆਂ ਬੋਡੀ ਚੇਂਜ ਕਰ ਲੈਣੀਆਂ, ਕਦੇ ਕੁਛ ਬਣ ਜਾਣਾ, ਕਦੇ ਕੁਛ ਬਣ ਜਾਣਾ, ਵੱਡਾ ਹੋ ਜਾਣਾ, ਛੋਟਾ ਹੋ ਜਾਣਾ, ਉਹਨੂੰ ਮਾਇਆਵੀ ਕਹਿੰਦੇ ਆ। ਉਹ ਰਾਖਸ਼ ਮਾਇਆ ਵੀ ਸੀ, ਸੋ ਆਪਦੀ ਮਾਇਆ ਕਰਕੇ ਉਸਨੇ ਆਪਦਾ ਸਰੀਰ ਹੋਰ ਵੱਡਾ ਕਰ ਲਿਆ। ਤਾਂ ਇਸ ਤਰ੍ਹਾਂ ਵਾਰ-ਵਾਰ ਉਸਨੇ ਸਰੀਰ ਵੱਡਾ ਕਰ ਲਿਆ ਤਾਂ ਫਿਰ ਗੁਰੂ ਜੀ ਨੇ ਵੀ ਆਪਣਾ ਹੋਰ ਸਰੀਰ ਵੱਡਾ ਕਰ ਲਿਆ। ਇਸ ਤਰ੍ਹਾਂ ਗੁਰੂ ਜੀ ਆਪਦਾ ਸਰੀਰ ਵੱਡਾ ਕਰ ਲਿਆ ਕਰਨ, ਫਿਰ ਰਾਖਸ਼ ਆਪਦਾ ਢਿੱਡ ਹੋਰ ਵੱਡਾ ਕਰ ਲਿਆ ਕਰੇ, ਗੁਰੂ ਜੀ ਆਪਦਾ ਸਰੀਰ ਹੋਰ ਵੱਡਾ ਕਰ ਲਿਆ ਕਰਨ। ਇਸ ਤਰ੍ਹਾਂ ਵਾਰ-ਵਾਰ ਹੁੰਦਾ ਰਿਹਾ। ਅਖੀਰ ਨੂੰ ਰਾਖਸ਼ ਦੀ ਸਰੀਰ ਵੱਡਾ ਕਰਨ ਵਾਲੀ ਜਿਹੜੀ ਸ਼ਕਤੀ ਸੀ ਉਹ ਖਤਮ ਹੋ ਗਈ ਅਤੇ ਉਹ ਆਪਣੇ ਸਰੀਰ ਨੂੰ ਹੋਰ ਵੱਡਾ ਨਾ ਕਰ ਸਕਿਆ। ਉਹ ਕਈ ਮੀਲਾਂ ਵਿੱਚ ਫੈਲ ਗਿਆ ਸੀਗਾ। ਅਖੀਰ ਨੂੰ ਤੰਗ ਆ ਕੇ ਧਰਤੀ ਉੱਪਰ ਡਿੱਗ ਪਿਆ ਤੇ ਉਸ ਦਾ ਪੇਟ ਫਟ ਗਿਆ ਤੇ ਗੁਰੂ ਜੀ ਬਾਹਰ ਆ ਗਏ। ਰਾਖਸ਼ ਨੇ ਆਪਣੀ ਗਲਤੀ ਦੀ ਮਾਫੀ ਮੰਗੀ ਤੇ ਫਿਰ ਗੁਰੂ ਜੀ ਨੇ ਉਸ ਦਾ ਉਧਾਰ ਕਰ ਦਿੱਤਾ। ਇਸ ਤਰ੍ਹਾਂ ਪਰਮੇਸ਼ਰ ਰੂਪ ਗੁਰੂ ਜੀ ਆਕਾਰ ਕਰਕੇ ਜਿੰਨੇ ਮਰਜ਼ੀ ਵੱਡੇ ਹੋ ਸਕਦੇ ਸਨ। ਇਸ ਕਰਕੇ ਕਹਿੰਦੇ ਜੇ ਵੱਡ ਭਾਵ ਹੈ ਤੇ ਵੱਡ ਹੋਏ, ਉਹ ਜਿੰਨਾ ਮਰਜ਼ੀ ਵੱਡਾ ਹੋ ਸਕਦਾ, ਜਿੰਨਾ ਉਹਨੂੰ ਚੰਗਾ ਲੱਗਦਾ ਉਹ ਓਨਾ ਹੀ ਵੱਡਾ ਹੋ ਜਾਂਦਾ। ਸੋ ਨਾਨਕ ਜਾਣੈ ਸਾਚਾ ਸੋਏ, ਜਾਣੈ ਤੇ ਵਿਸ਼ਰਾਮ ਆਊਗਾ। ਨਾਨਕ ਜਾਣੈ ਵਿਸ਼ਰਾਮ, ਸਾਚਾ ਸੋਏ
ਸੋ ਇਸ ਦਾ ਅਰਥ ਹੈ, ਗੁਰੂ ਜੀ ਕਹਿੰਦੇ ਹਨ, ਆਪਣੀ ਵਿਸ਼ਾਲਤਾ ਨੂੰ ਸੱਚਾ ਵਾਹਿਗੁਰੂ ਆਪ ਹੀ ਜਾਣਦਾ ਹੈ। ਜੇ ਕੋ ਆਖੈ ਬੋਲ ਵਿਗਾੜ, ਆਖਾ ਦੇ ਉੱਪਰ ਵਿਸ਼ਰਾਮ ਹੈ। ਜੇ ਕੋ ਆਖੈ ਵਿਸ਼ਰਾਮ, ਬੋਲ ਵਿਗਾੜ, ਇਸ ਤਰ੍ਹਾਂ ਦਾ ਉਚਾਰਨ ਕਰਨਾ। ਆਖੇ ਨਹੀਂ ਕਹਿਣਾ, ਜੇ ਕੋ ਆਖੇ ਬੋਲ ਵਿਗਾੜ, ਇਹ ਨਹੀਂ ਕਹਿਣਾ। ਆਖੇ ਨਹੀਂ ਕਹਿਣਾ, ਦੋ ਲਾਵਾਂ ਲੱਗੀਆਂ ਖੱਖੇ ਨੂੰ, ਆਖੈ। ਜੇ ਕੋ ਆਖੈ ਬੋਲ ਵਿਗਾੜ, ਇਸ ਦਾ ਅਰਥ ਹੈ ਕਿ ਜੇ ਕੋਈ ਜ਼ਿਆਦਾ ਬੋਲਣ ਵਾਲਾ ਬੜਬੋਲਾ ਬੰਦਾ ਇਹ ਬਕਵਾਸ ਕਰੇ ਕਿ ਉਹ ਵਾਹਿਗੁਰੂ ਨੂੰ ਬਿਆਨ ਕਰ ਸਕਦਾ ਹੈ, ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਤਾ ਲਿਖੀਐ ਸਿਰ ਗਾਵਾਰਾ ਗਾਵਾਰ। ਲਿਖਿਆ ਦੇ ਉੱਪਰ ਵਿਸ਼ਰਾਮ ਆਊਗਾ ਇੱਥੇ, ਤਾ ਲਿਖੀਐ ਵਿਸ਼ਰਾਮ, ਸਿਰ ਗਾਵਾਰਾ ਗਾਵਾਰ। ਤਾਂ ਲਿਖੀਐ ਸਿਰ ਗਾਵਾਰਾ ਗਾਵਾਰ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸਿਰ ਦੇ ਉੱਪਰ ਵਿਸ਼ਰਾਮ ਨਹੀਂ ਲਾਉਣਾ, ਲਿਖਿਆ ਤੇ ਲਾਉਣਾ। ਸੋ ਇਸ ਦਾ ਅਰਥ ਹੈ, ਗੁਰੂ ਨਾਨਕ ਦੇਵ ਜੀ ਨੇ ਪਹਿਲੀ ਪੰਕਤੀ 'ਚ ਕਿਹਾ ਸੀ ਨਾ ਵੀ ਜੇ ਕੋਈ ਜ਼ਿਆਦਾ ਬੋਲਣ ਵਾਲਾ ਬੜਬੋਲਾ ਬੰਦਾ ਇਹ ਬਕਵਾਸ ਕਰੇ ਕਿ ਉਹ ਵਾਹਿਗੁਰੂ ਨੂੰ ਬਿਆਨ ਕਰ ਸਕਦਾ, ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਆ, ਤਾਂ ਉਸ ਨੂੰ ਮੂਰਖਾਂ ਤੋਂ ਵੱਡਾ ਮੂਰਖ ਜਾਣੋ, ਜਾਂ ਲਿਖਣ ਵਿੱਚ ਉਹਨਾਂ ਮੂਰਖਾਂ ਵਿੱਚ ਉਹ ਵੱਡਾ ਮੂਰਖ ਲਿਖਿਆ ਜਾਵੇਗਾ। ਸੋ ਇਸ ਤਰ੍ਹਾਂ ਇੱਥੋਂ ਤੱਕ ਹੁਣ ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 26 ਪੌੜੀਆਂ ਦੇ ਅਰਥ, ਉਚਾਰਨ, ਵਿਸ਼ਰਾਮ, ਪ੍ਰਮਾਣਾ ਸਹਿਤ ਸਰਵਣ ਕੀਤੇ ਆ। ਹੁਣ ਤੱਕ ਅਸੀਂ 26 ਪੌੜੀਜ਼ ਦੇ ਮੀਨਿੰਗ, ਪ੍ਰੋਨਾਊਂਸੀਏਸ਼ਨ, ਪੰਕਚੁਏਸ਼ਨ ਵਿਦ ਐਗਜ਼ਾਮਪਲਸ ਸੁਣੇ ਹਨ, ਪੜ੍ਹੇ ਹਨ। ਸੋ ਇਸ ਤੋਂ ਅੱਗੇ ਆਪਾਂ ਅਗਲੇ ਪਾਰਟ ਦੇ ਵਿੱਚ ਸੁਣਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।